ਰਿਸ਼ਵਤਖੋਰੀ ਦੇ ਦੋਸ਼ ਤੁਹਾਡੇ ਇੱਕ ਮਿਨਿਸਟਰ ਤੇ ਲੱਗਦੇ ਆ। ਮਾਨ ਸਾਹਿਬ ਉਹਨੂੰ ਕੋਠੀ 'ਚ ਸੱਦਦੇ ਆ, ਪੁੱਛਦੇ ਆ ਆਵਾਜ਼ ਤੇਰੀ ਹੈ, ਉਹ ਕਹਿੰਦਾ ਜੈਸ। ਫੌਜਾ ਸਿੰਘ ਸਰਾਰੀ ਦੇ ਉੱਤੇ ਦੋਸ਼ ਵੀ ਲੱਗੇ, ਆਡੀਓ ਵੀ ਵਾਇਰਲ ਹੋ ਗਈ। ਤੁਹਾਡੇ ਤੋਂ ਪਹਿਲੀਆਂ ਸਰਕਾਰਾਂ ਦੇ ਵਕਤ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਹੱਥ ਵਿੱਚ ਗੁਟਕਾ ਸਾਹਿਬ ਵੀ ਫੜਿਆ, ਲੋਕਾਂ ਨੂੰ ਆਸਾਂ ਵੀ ਜਗਾਈਆਂ, ਤੇ ਉਹਦੇ ਤੋਂ ਬਾਅਦ ਤੁਹਾਡੀ ਸਰਕਾਰ ਆਈ। 9-10 ਮਹੀਨਿਆਂ ਦੇ ਵਿੱਚ ਜੋ ਕੁਝ ਤੁਸੀਂ ਸੋਚਿਆ ਸੀ ਜਾਂ ਲੋਕਾਂ ਦੀਆਂ ਆਸਾਂ ਤੁਸੀਂ ਵੱਧ ਜਗਾ ਦਿੱਤੀਆਂ। ਕਾਰਨ ਕੀ ਨੇ ਕਿ ਬਹੁਤ ਸਾਰੇ ਲੋਕ ਹਾਲੇ ਵੀ ਕਹਿੰਦੇ ਸਾਨੂੰ ਬਦਲਾਅ ਨਜ਼ਰ ਨਹੀਂ ਆ ਰਿਹਾ। ਇੱਥੇ ਕਾਰਨ ਕੀ ਹੈ ਕਿ ਲੋਕਾਂ ਦੇ ਦਿਲ 'ਚ ਹੈ ਕਿ 5-7 ਜੇਕਰ ਗਨਮੈਨ ਨਾਲ ਨਾ ਹੋਏ ਜਾਂ ਲੋਕਾਂ ਨੂੰ ਹਲੇ ਤੱਕ ਸਾਡੇ ਨਾਲ ਡੀਲ ਨਹੀਂ ਕਰਨੀ ਆਈ ਕਿ ਓਏ ਤੂੰ ਤੜਾਕ ਤੇ ਉਤਰੇ ਹੁੰਦੇ। ਕਾਰਨ ਕੀ ਹੈ ਜੀ ਇਸ ਦਾ? ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਕਰਨ ਵਾਲੇ ਨੇ, ਪਰ ਤੁਸੀਂ ਕਰ ਵੀ ਰਹੇ ਹੋਵੋਗੇ ਆਫ ਕੋਰਸ। ਕੋਈ 5 ਕੰਮ ਦੱਸ ਸਕਦੇ ਹੋ, ਗਿਣਾ ਸਕਦੇ ਹੋ ਕਿ ਜਿਹੜੇ 5 ਕਰਨ ਵਾਲੇ ਨੇ ਤੇ ਤੁਸੀਂ ਕਰੋਗੇ? ਜੋ ਉਹਨਾਂ ਨੇ ਆਖਿਆ ਕਿ ਜਾਂ ਮਾਫੀ ਮੰਗੋ ਜਾਂ ਮਾਨਹਾਨੀ ਦੇ ਮੁਕੱਦਮੇ ਵਾਸਤੇ ਤਿਆਰ ਰਹੋ। ਹੁਣ ਇੱਕੋ ਹੀ ਗੱਲ ਵਾਰ-ਵਾਰ ਕਿ ਆਮ ਆਦਮੀ ਪਾਰਟੀ, ਇਹਦਾ ਰਿਮੋਟ ਕੰਟਰੋਲ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ। ਇਸ ਗੱਲ ਵਿੱਚ ਕਿੰਨਾ ਕੁ ਲੋਕਾਂ ਨੂੰ ਦੱਸੀ ਜਾਣ ਵਾਲੀ ਗੱਲ ਜਾਇਜ਼ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਪੱਧਰ ਤੇ ਆਪ ਫੈਸਲੇ ਨਹੀਂ ਲੈ ਪਾ ਰਹੇ, ਉਹ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੇ। ਕੰਗ ਸਾਹਿਬ ਸਿੱਧਾ ਦੱਸਿਓ ਵੀ ਇਹ ਹਿੱਸਾ ਪੱਤੀ ਵਾਲੇ ਕਿਹੜੇ ਆ ਜੀ? ਵਾਰ-ਵਾਰ ਜ਼ਿਕਰ ਹੋ ਰਿਹਾ। TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਉਚੇਚੇ ਤੌਰ ਤੇ ਪੰਜਾਬਾਂ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਹੁੰਚੇ ਹਾਂ। ਪੰਜਾਬ ਦੇ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਉਹਨਾਂ ਦੇ ਮੁੱਖ ਬੁਲਾਰੇ ਨੇ ਸਰਦਾਰ ਮਾਲਵਿੰਦਰ ਸਿੰਘ ਕੰਗ। ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਸਦਾ ਹੀ ਲੋਕਾਂ ਦੀ ਚਰਚਾ ਤੇ ਰਹਿੰਦੀ ਹੈ, ਜ਼ੁਬਾਨ ਤੇ ਰਹਿੰਦੀ ਹੈ ਕਿ ਉਹਨਾਂ ਦੇ ਹੱਲ ਕਦੀ ਹੋਣਗੇ, ਕਿ ਲੋਕਾਂ ਦੀਆਂ ਆਸਾਂ ਜਾਗੀਆਂ ਨੇ ਜਾਂ ਜਗਾ ਦਿੱਤੀਆਂ ਨੇ। ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਗੱਲਬਾਤ ਖੁੱਲੀ ਰਹੇਗੀ, ਬੇਰੋਕ ਰਹੇਗੀ, ਬੇਝਿਜਕ ਰਹੇਗੀ। ਆਓ ਸਭ ਤੋਂ ਪਹਿਲਾਂ ਕੰਗ ਸਾਹਿਬ ਦਾ ਸਵਾਗਤ ਕਰਦੇ ਹਾਂ। ਕੰਗ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਬੈਨੀਪਾਲ ਸਾਹਿਬ, ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਕੰਗ ਸਾਹਿਬ, ਅਸੀਂ ਵਿਦੇਸ਼ ਦੀ ਧਰਤੀ ਤੇ ਬੈਠ ਕੇ ਬਹੁਤ ਕੁਝ ਵੇਖ ਰਹੇ ਹਾਂ, ਸੁਣ ਰਹੇ ਹਾਂ। ਬਹੁਤ ਵੱਡੀਆਂ ਉਮੀਦਾਂ ਨੇ, ਆਸਾਂ ਨੇ। 9-10 ਮਹੀਨਿਆਂ ਦੇ ਵਿੱਚ ਜੋ ਕੁਝ ਤੁਸੀਂ ਸੋਚਿਆ ਸੀ ਜਾਂ ਲੋਕਾਂ ਦੀਆਂ ਆਸਾਂ ਤੁਸੀਂ ਵੱਧ ਜਗਾ ਦਿੱਤੀਆਂ। ਕਾਰਨ ਕੀ ਨੇ ਕਿ ਬਹੁਤ ਸਾਰੇ ਲੋਕ ਹਾਲੇ ਵੀ ਕਹਿੰਦੇ ਸਾਨੂੰ ਬਦਲਾਅ ਨਜ਼ਰ ਨਹੀਂ ਆ ਰਿਹਾ? ਦੇਖੋ, ਲੋਕਾਂ ਦੀਆਂ ਐਕਸਪੈਕਟੇਸ਼ਨਸ ਡੈਫੀਨੇਟਲੀ ਬਹੁਤ ਜ਼ਿਆਦਾ ਹੈਗੀਆਂ ਔਰ ਉਹਦਾ ਕਾਰਨ ਹੈ ਜੀ। ਉਹਦਾ ਕਾਰਨ ਇਹ ਹੈ ਕਿ ਲੰਮੇ ਸਮੇਂ ਤੱਕ ਪੰਜਾਬ ਨਾਲ ਜੋ ਰਜੀਮ ਇੱਥੇ ਰਿਹਾ ਜੀ ਜੀ ਸੱਤਾ ਜਿਨ੍ਹਾਂ ਨੇ ਹੰਢਾਈ, ਉਹਨਾਂ ਨੇ ਲਗਾਤਾਰ ਇਨਜਸਟਿਸ ਕੀਤਾ ਹੈ ਜੀ ਜੀ ਹਰੇਕ ਵਰਗ ਨਾਲ। ਔਰ ਕਿਤੇ ਨਾ ਕਿਤੇ ਇਹੀ ਕਾਰਨ ਬਣਿਆ ਵੀ ਪੰਜਾਬ 'ਚੋਂ ਵੱਡੇ ਸਤਰ ਤੇ ਮਾਈਗ੍ਰੇਸ਼ਨ ਵੀ ਹੋਈ ਹੈ ਔਰ ਖੇਤੀ ਦਾ ਢਾਂਚਾ ਵੀ ਬਹੁਤ ਚਰਮਰਾ ਗਿਆ। ਤਾਂ ਸੁਭਾਵਿਕ ਤੌਰ ਤੇ ਆ ਭਗਵੰਤ ਸਿੰਘ ਮਾਨ ਸਾਹਿਬ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਔਰ ਉਸ ਉਮੀਦਾਂ ਦੀ ਜਿਹੜੀ ਪ੍ਰੀਖਿਆ ਹੈ ਉਹਦੇ ਤੇ ਮਾਨ ਸਾਹਿਬ ਤਨਦੇਹੀ ਨਾਲ ਕੰਮ ਕਰ ਰਿਹਾ ਔਰ ਕਾਫੀ ਹੱਦ ਤੱਕ ਸਭ ਤੋਂ ਇੰਪੋਰਟੈਂਟ ਜਿਹੜਾ ਮੈਂ ਪਾਰਟ ਮੰਨਦਾ ਹਾਂ ਕਿ ਜਿਹੜੀ ਰਾਜਨੀਤਿਕ ਗੁੰਡਾਗਰਦੀ ਸੀਗੀ, ਸੱਤਾ ਚਾਹਾਂਗੇ ਤੇ ਕਬਜ਼ੇ ਕਰਾਂਗੇ ਤੇ ਪਲਾਟ ਦੱਬਾਂਗੇ, ਪ੍ਰਾਪਰਟੀਆਂ ਬਣਾਵਾਂਗੇ, ਉਹ ਗੁੰਡਾਗਰਦੀ ਤੇ ਉਹ ਬੁਰਸ਼ਾਗਰਦੀ ਤੇ ਬਹੁਤ ਵੱਡਾ ਹੁਣ ਚੈੱਕ ਲੱਗਿਆ। ਲੋਕਾਂ ਨੂੰ ਲੱਗਣ ਲੱਗ ਗਿਆ ਵੀ ਲੀਡਰ ਵੀ ਸਾਡੇ ਵਰਗੇ ਹੀ ਹੁੰਦੇ। ਕੰਗ ਸਾਹਿਬ, ਇੱਕ ਸਵਾਲ ਹੋਰ ਸਵਾਲਾਂ ਦਾ ਸਵਾਲ ਹੈ, ਕਿਉਂਕਿ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਬੈਠਦੇ ਹਾਂ, ਅਸੀਂ ਉੱਥੇ ਵੇਖਦੇ ਹਾਂ ਕਿ ਰਾਜਨੀਤਿਕ ਲੋਕ ਨੇ ਨਾ ਜਿਹੜੇ, ਉਹ ਸਾਡੇ ਵਰਗੇ ਨੇ ਤੇ ਸਾਡੇ ਵਿੱਚੋਂ ਨੇ ਜੀ। ਨਾ ਉੱਥੇ ਕਾਫਲਿਆਂ 'ਚ ਆਉਂਦੇ ਆ, ਨਾ ਉੱਥੇ ਡਰਾਈਵਰਾਂ ਨਾਲ ਆਉਂਦੇ ਆ। ਤੁਸੀਂ ਇੱਥੇ ਵੇਖਿਆ ਹੋਣਾ, ਮੈਂ ਵੀ ਆਇਆ, ਮੇਰੇ ਨਾਲ ਮੇਰੇ ਕੈਮਰੇ ਵਾਲੀ ਟੀਮ ਹੈਗੀ ਆ, ਪਰ ਮੈਨੂੰ ਚੰਗਾ ਲੱਗਦਾ ਯਾਰ, ਮੈਂ ਕੈਮਰਾ ਆਪ ਸੈੱਟ ਕਰ ਲਿਆ, ਮੈਂ ਮਾਈਕ ਤੁਹਾਡੇ ਆਪ ਲਾ ਦਿੱਤਾ, ਸਮੱਸਿਆ ਕੋਈ ਨਹੀਂ। ਇੱਥੇ ਕਾਰਨ ਕੀ ਹੈ ਕਿ ਲੋਕਾਂ ਦੇ ਦਿਲ 'ਚ ਹੈ ਕਿ 5-7 ਜੇਕਰ ਗਨਮੈਨ ਨਾਲ ਨਾ ਹੋਏ ਜਾਂ ਲੋਕਾਂ ਨੂੰ ਹਲੇ ਤੱਕ ਸਾਡੇ ਨਾਲ ਡੀਲ ਨਹੀਂ ਕਰਨੀ ਆਈ ਕਿ ਓਏ ਤੂੰ ਤੜਾਕ ਤੇ ਉਤਰੇ ਹੁੰਦੇ। ਕਾਰਨ ਕੀ ਹੈ ਜੀ ਇਸ ਦਾ? ਮੈਨੂੰ ਲੱਗਦਾ ਇਹ ਲਗਾ ਲੰਮੇ ਸਮੇਂ ਤੱਕ ਇੱਕ ਐਸਾ ਕਲਚਰ ਜਿਹੜਾ ਆ ਉਹ ਰਿਹਾ ਆ, ਉਹਦਾ ਪ੍ਰਭਾਵ ਆਮ ਸਧਾਰਨ ਲੋਕਾਂ ਦੀ ਮਾਨਸਿਕਤਾ ਤੇ ਹੈਗਾ। ਔਰ ਮੈਂ ਪ੍ਰੈਕਟੀਕਲੀ ਵੀ ਮਹਿਸੂਸ ਕਰਦਾ, ਮੈਂ ਮੁੱਖ ਬੁਲਾਰਾ ਹੋਣ ਦੇ ਨਾਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਲੋਕ ਸਭਾ ਇੰਚਾਰਜ ਹੈ। ਬਿਲਕੁਲ। ਔਰ ਪਿਛਲੇ 3-4 ਮਹੀਨਿਆਂ ਤੋਂ ਜਦੋਂ ਦੀ ਮੈਨੂੰ ਪਾਰਟੀ ਨੇ ਡਿਊਟੀ ਲਾਈ ਹੈ ਤੇ ਜਦੋਂ ਮੈਂ ਜਾਣਾ ਤਾਂ ਲੋਕ ਪਹਿਲੀ ਗੱਲ ਉੱਥੇ ਪੁੱਛਣਗੇ, ਭਾਜੀ ਤੁਹਾਡੇ ਗਨਮੈਨ ਕਿੱਥੇ ਹੈ? ਅੱਛਾ, ਸਾਨੂੰ ਲੱਗਦਾ ਵੀ ਸਾਨੂੰ ਤਾਂ ਗਨਮੈਨਾਂ ਦੀ ਕੋਈ ਜ਼ਰੂਰਤ ਨਹੀਂ ਹੈ। ਔਰ ਉਸ ਗਲਤ ਪਰੰਪਰਾ ਨੂੰ ਮਾਨ ਸਾਹਿਬ ਦੀ ਸਰਕਾਰ ਨੇ ਕਾਫੀ ਹੱਦ ਤੱਕ ਕੰਟਰੋਲ ਕੀਤਾ। ਲੇਕਿਨ ਇਹ 'ਚ ਵੀ ਕੋਈ ਦੋ ਰਾਏ ਨਹੀਂ, ਪੰਜਾਬ ਇੱਕ ਬਾਰਡਰ ਸਟੇਟ ਹੋਣ ਦੇ ਕਾਰਨ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਸਿਕਿਉਰਿਟੀ ਥ੍ਰੈਟ ਰਹਿੰਦਾ ਵੀ ਆ ਜੀ। ਲੇਕਿਨ ਤੁਸੀਂ ਆਮ ਜਦੋਂ ਸਾਡੇ MLA ਸਾਹਿਬਾਨਾਂ ਨੂੰ ਜ਼ਿਆਦਾਤਰ ਜਦੋਂ ਦੇਖੋਗੇ ਜਾਂ ਮੰਤਰੀ ਸਾਹਿਬਾਨ ਜਾਂ
ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ 'ਚ ਇਸ ਟਾਈਮ ਜੀ ਜੀ ਉਹਦੀ ਸੀਨੀਅਰ ਲੀਡਰਸ਼ਿਪ ਨੂੰ ਦੇਖੋਗੇ ਤੁਹਾਨੂੰ ਸਧਾਰਨ ਹੀ ਆਮ ਤੁਰੇ ਫਿਰਦੇ ਤੇ ਲੋਕਾਂ 'ਚ ਵਿਚਰਦੇ ਦਿਖਣਗੇ। ਉਹ ਜਿਹੜਾ ਵੱਡਾ ਤਾਮਝਾਮ ਚੱਲਦਾ ਸੀ ਪਿੱਛੇ, ਉਹ ਮੈਂ ਨਹੀਂ ਕਹਿੰਦਾ ਪੂਰਾ ਨਹੀਂ ਖਤਮ ਹੋਇਆ, ਠੱਲ ਪਈ ਹੈ। ਤੇ ਖਤਮ ਕਰਨ ਦੇ ਵਾਸਤੇ ਕੋਈ ਪਾਈਪਲਾਈਨ 'ਚ ਸਕੀਮ ਹੈ ਜੀ? ਦੇਖੋ, ਦੋ ਗੱਲਾਂ ਹੈ। ਇੱਕ ਤੇ ਸਿਕਿਉਰਿਟੀ ਕੰਸਰਨ ਜਿਹੜਾ ਹੈ, ਇਹਦੇ ਲਈ ਮਤਲਬ ਅਸੀਂ ਦੇਖਿਆ ਹੀ ਆ ਵੀ ਪਿਛਲੇ ਸਾਲਾਂ 'ਚ ਕਿਸ ਕਿਸ ਤਰੀਕੇ ਨਾਲ ਬਾਰਡਰ ਸਟੇਟ ਹੋਣ ਕਰਕੇ ਬਾਰਡਰ ਪਾਰ ਤੋਂ ਵੀ ਕੋਈ ਨਾ ਕੋਈ ਵਾਰਦਾਤਾਂ। ਦੂਜਾ, ਰਾਜਨੀਤਿਕ ਰਾਈਵਲਰੀ ਜਿਹੜੀ ਆ ਉਹ ਵੀ ਬਹੁਤ ਵੱਡੇ ਸਤਰ ਤੇ ਕੁਝ ਹੱਦ ਤੱਕ ਪੰਜਾਬ ਸਾਰੀ ਨਹੀਂ ਮੈਂ ਕਹਿੰਦਾ। ਤਾਂ ਸੁਭਾਵਿਕ ਤੌਰ ਤੇ ਜਿਉਂ-ਜਿਉਂ ਸਿਕਿਉਰਿਟੀ ਥ੍ਰੈਟ ਦਾ ਪਰਸੈਪਸ਼ਨ ਖਤਮ ਹੋਊਗੀ ਔਰ ਇੱਕ ਕੰਫਰਟ ਜ਼ੋਨ 'ਚ ਆ ਜਾਊਗਾ ਲੀਡਰ ਵੀ ਤੇ ਲੋਕ ਵੀ, ਉਸ ਚੀਜ਼ ਤੋਂ ਲੋਕ ਵੀ ਉਮੀਦਾਂ ਛੱਡਣੀਆਂ ਚਾਹੀਦੀਆਂ। ਲੋਕ ਵੀ ਲੀਡਰ ਵੀ ਉਹਨੂੰ ਜਿਹੜਾ ਮੰਨਦੇ ਨਾ, ਕੁਝ ਲੋਕ ਵੀ ਤਾਮਝਾਮ ਨਾਲ ਚੱਲੇ ਤੇ ਉਹੀ ਲੀਡਰ ਹੈ, ਜਿਹੜਾ ਵਿਚਾਰਾ ਬੱਸ ਤੇ ਤੁਰਿਆ ਫਿਰੇ ਜਾਂ ਸਧਾਰਨ ਕਾਰ ਤੇ ਆ ਉਹਨੂੰ ਲੀਡਰ ਨਹੀਂ ਮੰਨ। ਲੋਕਾਂ ਨੂੰ ਇਹ ਮਾਨਸਿਕਤਾ ਵੀ ਬਦਲਣੀ ਪੈਣੀ ਹੈ। ਲੇਕਿਨ ਮੈਨੂੰ ਲੱਗਦਾ ਇਹ ਇਸ ਤੇ ਕਾਫੀ ਹਜੇ ਹੋਰ ਕੰਮ ਕਰਨ ਦੀ ਲੋੜ ਹੈ, ਲੱਗੇ ਹੋਏ ਆ। ਕੰਗ ਸਾਹਿਬ, 92 ਸੀਟਾਂ 117 ਦੇ ਵਿੱਚੋਂ ਥੋੜੀਆਂ ਨਹੀਂ, ਬਹੁਤ ਜ਼ਿਆਦਾ ਨੇ, ਉਮੀਦ ਤੋਂ ਕਿਤੇ ਵੱਧ ਨੇ ਜੀ। ਹੁਣ ਮੈਂ ਇਹ ਸਵਾਲ ਨਹੀਂ ਪੁੱਛਣਾ ਕਿ ਉਮੀਦ ਸੀ ਜਾਂ ਨਹੀਂ, ਉਹ ਤਾਂ ਗੱਲ ਪੁਰਾਣੀ ਹੋ ਗਈ। ਹੁਣ ਹਰ ਇੱਕ ਸਰਕਾਰ ਕੋਲ ਤਕਰੀਬਨ 5 ਸਾਲ ਹੀ ਹੁੰਦੇ ਆ, ਤੁਹਾਡੇ ਕੋਲ ਵੀ ਪਹਿਲੇ 5 ਸਾਲ ਨਹੀਂ। 27 ਦੇ ਵਿੱਚ ਲੋਕ ਤੁਹਾਡੇ ਕੰਮਾਂ ਨੂੰ ਦੇਖ ਕੇ ਫੈਸਲਾ ਕਰਨਗੇ। ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਕਰਨ ਵਾਲੇ ਨੇ, ਔਰ ਤੁਸੀਂ ਕਰ ਵੀ ਰਹੇ ਹੋਵੋਗੇ ਆਫ ਕੋਰਸ। ਕੋਈ 5 ਕੰਮ ਦੱਸ ਸਕਦੇ ਹੋ, ਗਿਣਾ ਸਕਦੇ ਹੋ ਕਿ ਜਿਹੜੇ 5 ਕਰਨ ਵਾਲੇ ਨੇ ਤੇ ਤੁਸੀਂ ਕਰੋਗੇ? ਦੇਖੋ, ਸਭ ਤੋਂ ਜ਼ਰੂਰੀ ਕੰਮ ਸੀ ਪੰਜਾਬ 'ਚ ਜਿਹੜਾ ਕਰਪਸ਼ਨ ਦਾ ਬੋਲਬਾਲਾ ਸੀ। ਕਿਸੇ ਵੀ ਦਫ਼ਤਰ ਚਲੇ ਜੋ, ਕਿਸੇ ਵੀ ਸਰਕਾਰੀ ਮਹਿਕਮੇ ਚਲੇ ਜੋ, ਮਤਲਬ ਇੱਕ ਟ੍ਰੈਂਡ ਬਣ ਗਿਆ ਸੀ। ਔਰ ਬੰਦਾ ਕਹਿੰਦਾ ਸੀ ਪੈਸੇ ਦਊਂਗਾ ਤੇ ਕੰਮ, ਕਈ ਵਾਰ ਇਮਾਨਦਾਰ ਵੀ ਅਫਸਰ ਹੁੰਦਾ ਸੀ, ਉੱਥੇ ਵੀ ਬੰਦਾ ਕਹਿੰਦਾ ਜੀ ਇਹਨੇ ਪੈਸੇ ਲਏ ਦਾ ਮਤਲਬ ਕੰਮ ਨਹੀਂ ਹੋਣਾ। ਉਹ ਕਰਪਸ਼ਨ ਦੇ ਬੋਲਬਾਲੇ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਲਿਆ, ਕਾਫੀ ਹੱਦ ਤੱਕ ਕਰ ਲਿਆ, ਔਰ ਆਮ ਸਧਾਰਨ ਲੋਕਾਂ ਨੂੰ ਰਿਲੀਫ ਮਿਲਿਆ। ਦੂਜਾ ਜਿਹੜਾ ਕੰਮ ਕਹਿ ਸਕਦੇ ਹੋ ਤੁਸੀਂ, ਰੋਜ਼ਗਾਰ ਨੂੰ ਲੈ ਕੇ ਅਨਐਮਪਲੋਇਮੈਂਟ ਹੋਣ ਕਰਕੇ ਪੰਜਾਬ ਦਾ ਵੱਡੇ ਸਤਰ ਤੇ ਨੌਜਵਾਨ ਮਾਈਗ੍ਰੇਟ ਕਰ ਗਿਆ, ਹੋ ਗਿਆ ਜੀ। ਔਰ ਉਹਨੂੰ ਰਿਵਾਈਵ ਕਰਨਾ। ਔਰ ਤੁਸੀਂ ਦੇਖਿਆ ਪਹਿਲੇ 6-7 ਮਹੀਨਿਆਂ 'ਚ ਮਾਨ ਸਾਹਿਬ ਨੇ ਸਭ ਤੋਂ ਵੱਧ ਫੋਕਸ ਨੌਕਰੀਆਂ ਤੇ ਕੀਤਾ ਹੈ ਜੀ। ਔਰ ਪਿਛਲੇ ਕੱਲ ਵੀ ਲੁਧਿਆਣੇ 'ਚ 4000 ਦੇ ਕਰੀਬ ਅਪਾਇੰਟਮੈਂਟ ਲੈਟਰ ਵੰਡ ਕੇ ਆਏ। ਲਗਾਤਾਰ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇੱਕ ਤੇ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ, ਦੂਜਾ ਸਾਡੀ ਮਾਈਗ੍ਰੇਸ਼ਨ ਬ੍ਰੇਨ ਡਰੇਨ ਜਿਹੜਾ ਹੋ ਰਿਹਾ ਉਹ ਤੇ ਰੋਕ ਪਵੇ। ਤੀਸਰਾ, ਪੰਜਾਬ ਦੀ ਇਕਨੋਮੀ ਡਿਪੈਂਡ ਕਰਦੀ ਹੈ ਐਗਰੀਕਲਚਰ ਤੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਮਾਨ ਸਾਹਿਬ ਨੇ ਆਪਣੀ ਪਹਿਲੀ ਕੈਬਨਿਟ 'ਚ ਇਹ ਫੈਸਲਾ ਲਿਆ ਜਦੋਂ ਸਰਕਾਰ ਮਾਰਚ 'ਚ ਬਣਦੀ ਹੈ ਕਿ ਝੋਨੇ ਦੀ ਫਸਲ ਤੇ ਸਿੱਧੀ ਬਿਜਾਈ ਅਗਰ ਕਰੂਗਾ ਇਨਸੈਂਟਿਵ ਦਿੱਤਾ ਜਾਊਗਾ ਤਾਂ ਕਿ ਪਾਣੀ ਬਚੇ ਸਟੇਟ ਦਾ, ਮਿੱਟੀ ਦੀ ਫਰਟੀਲਿਟੀ ਬਚਾਅ ਹੋ ਸਕੇ। ਦੂਜਾ, ਪੰਜਾਬ 'ਚ ਪਹਿਲੀ ਵਾਰ MSP ਦੇ ਕੇ ਕ੍ਰੌਪ ਡਾਈਵਰਸਿਫਿਕੇਸ਼ਨ ਨੂੰ ਪ੍ਰਮੋਟ ਕਰਨ ਦਾ। ਇਹਦੇ ਨਾਲ ਹਜੇ ਬਹੁਤ ਕੁਝ ਹੋਣਾ ਆ। ਨਕਲੀ ਬੀਜਾਂ ਤੇ ਪੈਸਟੀਸਾਈਡ ਤੇ ਬਹੁਤ ਵੱਡੇ ਸਤਰ ਤੇ ਚੈੱਕ ਲੱਗਿਆ, ਸਖਤ ਕਾਰਵਾਈਆਂ ਹੋ ਰਹੀਆਂ ਔਰ ਇਹ ਤੇ ਕਾਨੂੰਨ ਵੀ ਬਣਾਉਣ ਜਾ ਰਹੇ ਸੀ। ਸੋ ਐਗਰੀਕਲਚਰ ਨੂੰ ਬਚਾਉਣਾ। ਇਸੇ ਤਰੀਕੇ ਨਾਲ ਪੰਜਾਬ ਦੀ ਨੌਜਵਾਨੀ ਖੇਡਾਂ 'ਚ ਬਹੁਤ ਮੱਲਾ ਮਾਰਦੀ ਰਹੀ ਹੈ। ਔਰ ਮਾਨ ਸਾਹਿਬ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਪਹਿਲਿਆਂ 'ਚ ਸ਼ੁਰੂਆਤ ਕਰਕੇ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਪਿੰਡਾਂ ਤੋਂ ਲੈ ਕੇ ਜ਼ਿਲ੍ਹਿਆਂ ਤੱਕ ਸਟੇਟ ਲੈਵਲ ਦੀਆਂ ਚੈਂਪੀਅਨਸ਼ਿਪ ਕਰਵਾਈਆਂ ਤਾਂ ਕਿ ਨੌਜਵਾਨਾਂ ਨੂੰ ਗਰਾਊਂਡ ਤੇ ਪਾਉਣ ਦੀ ਆਦਤ ਪਵੇ। ਸਾਡੀ ਜਿਹੜੀ ਯੂਥ એનર્ਜੀ ਆ ਉਹ ਫੋਕਸ ਜਿਹੜੀ ਆ ਚੰਗੇ ਵਾਲੇ ਪਾਸੇ ਲੱਗੇ ਔਰ ਇਹ ਗੈਂਗਸਟਰ ਤੇ ਫਲਾਨਾ ਜਿਹੜਾ ਪੰਜਾਬ ਤੇ ਵੱਡੇ ਧੱਬੇ ਲੱਗਦੇ ਰਹੇ ਉਸ ਤੋਂ ਬਚਾ ਕਰਕੇ એનર્ਜੀ ਨੂੰ ਚੈਨਲਾਈਜ਼ ਕਰੀਏ। ਇਹਦੇ ਨਾਲ ਹੁਣ ਅਸੀਂ 23 ਔਰ 24 ਫਰਵਰੀ ਨੂੰ ਪੰਜਾਬ 'ਚ ਇੱਕ ਇਨਵੈਸਟਮੈਂਟ ਮੀਟ ਕਰਾਉਣ ਜਾ ਰਹੇ ਹਾਂ। ਪਿਛਲੇ ਦਿਨਾਂ 'ਚ ਮਾਨ ਸਾਹਿਬ ਨੇ ਦੁਨੀਆ ਭਰ 'ਚ ਦੌਰੇ ਕੀਤੇ, ਦੂਜੇ ਸਟੇਟਾਂ 'ਚ, ਸਾਊਥ ਦੀਆਂ ਸਟੇਟਸ 'ਚ ਵੀ ਜਾ ਕੇ ਉਹਨਾਂ ਨੂੰ ਇਨਵਾਈਟ ਕਰਕੇ ਆਇਆ ਤਾਂ ਕਿ ਪੰਜਾਬ 'ਚ ਇਨਵੈਸਟਮੈਂਟ ਕਰਾ ਕੇ ਇੰਡਸਟਰੀ ਵੀ ਪ੍ਰਮੋਟ ਕਰੀਏ। ਸੋ ਸਾਰੇ ਪਾਸਿਓਂ। ਔਰ ਲਾਸਟ ਜਿਹੜਾ ਮੈਂ ਇੱਕ ਹੋਰ ਬੜਾ ਇੰਪੋਰਟੈਂਟ ਹੈ, ਪਹਿਲਾਂ ਸੱਤਾ 'ਚ ਆ ਕੇ ਲੋਕ ਇਹ ਵਿਉਂਤਬੰਦੀਆਂ ਬਣਾਉਂਦੇ ਸੀ ਕਿ ਸੱਤਾ ਦਾ ਫਾਇਦਾ ਲੈ ਕੇ ਸਰਕਾਰੀ ਚਾਹੇ ਰਿਸੋਰਸਸ ਹੋਣ, ਸਰਮਾਏ ਉਹਨਾਂ ਦੀ ਲੁੱਟ ਸੁੱਟ ਕਰਾਂਗੇ, ਜ਼ਮੀਨਾਂ ਦਬਾਂਗੇ। ਮਾਨ ਸਾਹਿਬ ਦੀ ਸਰਕਾਰ ਨੇ ਆਉਣ ਤੋਂ ਬਾਅਦ ਟ੍ਰੈਂਡ ਉਲਟਾ ਚੱਲਿਆ। 10,000 ਏਕੜ ਤੋਂ ਵੱਧ ਸਰਕਾਰੀ ਜ਼ਮੀਨਾਂ ਛਡਵਾਈਆਂ ਗਈਆਂ। ਪੰਜਾਬ ਦਾ ਸਰਮਾਇਆ ਪੰਜਾਬ ਕੋ ਆਵੇ ਔਰ ਆਮ ਸਧਾਰਨ ਲੋਕਾਂ ਦੀ ਬਿਹਤਰੀ ਤੇ ਲੱਗੇ, ਉਹਲੇ ਪਾਸੇ ਲੱਗੇ ਹੋਏ। ਕੰਗ ਸਾਹਿਬ, ਇਹ ਬਹੁਤ ਮੇਰਾ ਖਿਆਲ ਹੈ ਵੀ ਜ਼ਰੂਰੀ ਹੈ। ਕਹਿੰਦੇ ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਮਾਰੋ ਜੀ। ਰਿਸ਼ਵਤ ਹੈ, ਜਿਹੜਾ ਭ੍ਰਿਸ਼ਟਾਚਾਰ ਹੈ, ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ। ਜਿਵੇਂ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਜੀ। ਰਿਸ਼ਵਤਖੋਰੀ ਦੇ ਦੋਸ਼ ਤੁਹਾਡੇ ਇੱਕ ਮਿਨਿਸਟਰ ਤੇ ਲੱਗਦੇ ਹੈ
ਮਾਨ ਸਾਹਿਬ ਉਹਨੂੰ ਕੋਠੀ 'ਚ ਸੱਦਦੇ ਐ, ਪੁੱਛਦੇ ਆ ਆਵਾਜ਼ ਤੇਰੀ ਐ, ਉਹ ਕਹਿੰਦਾ ਜੈਸ। ਉਹਦੇ ਤੋਂ ਬਾਅਦ ਜਿਹੜੀ ਕਾਰਵਾਈ ਹੋ ਕੋਈ ਲੁਕੀ ਛਿਪੀ ਨਹੀਂ, ਤੁਹਾਨੂੰ ਵੀ ਪਤਾ ਹੈ। ਫੌਜਾ ਸਿੰਘ ਸਰਾਰੀ ਦੇ ਉੱਤੇ ਦੋਸ਼ ਵੀ ਲੱਗੇ, ਆਡੀਓ ਵੀ ਵਾਇਰਲ ਹੋ ਗਈ। ਮੈਂ ਰੋਜ਼ਾਨਾ ਜਦੋਂ ਪ੍ਰੋਗਰਾਮ ਕਰਦਾ ਹਾਂ, ਸਭ ਤੋਂ ਵੱਡਾ ਸਵਾਲਾਂ ਦਾ ਸਵਾਲ ਇਹ ਹੁੰਦਾ ਹੈ ਕਿ ਕੀ ਇਹਦੇ ਵਿੱਚ ਵਜ਼ੀਰੀਆਂ 'ਚ ਫਰਕ ਹੈ, ਕੋਈ ਦੂਰਤਾ ਕੋਈ ਨੇੜਤਾ ਦਾ ਫਰਕ ਹੈ? ਕਾਰਨ ਕੀ ਨੇ ਕਿ ਇੱਕ ਤੇ ਕਾਰਵਾਈ ਤੁਰੰਤ ਹੁੰਦੀ ਹੈ ਤੇ ਦੂਸਰੇ ਤੇ ਕਾਰਵਾਈ ਤੇ ਘੇਸਲ ਵੱਟੀ ਜਾਂਦੀ ਹੈ? ਦੇਖੋ, ਨਹੀਂ, ਕੋਈ ਕੇਸਲ ਨਹੀਂ ਵੱਟੀ, ਕੋਈ ਕੰਪਰੋਮਾਈਜ਼ ਨਹੀਂਗਾ। ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਇਹ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਪੋਲਿਟਿਕਸ ਹੈ ਇਸ ਤੋਂ ਸ਼ੁਰੂ ਹੋਈ ਹੈ ਔਰ ਆਮ ਆਦਮੀ ਪਾਰਟੀ ਦ੍ਰਿੜਤਾ ਨਾਲ ਤੇ ਖੜੀ ਆ। ਸਰਾਰੀ ਵਾਲੇ ਸਾਹਿਬ ਦੇ ਕੇਸ 'ਚ ਇਹ ਹੋਇਆ। ਦੂਜੇ ਕੇਸ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਉਹਨਾਂ ਨੇ ਆਪ ਮੰਨਿਆ, ਆਪ ਹੀ ਕਨਫੈਸ ਕਰ ਲਿਆ ਵੀ ਮੇਰੀ ਆਵਾਜ਼ ਹੈ। ਸਰਾਰੀ ਵਾਲੇ ਕੇਸ 'ਚ ਜਿਹੜੀ ਆਡੀਓ 'ਚ ਆਵਾਜ਼ ਆ, ਦੂਜੀ ਆਵਾਜ਼ ਉਹਨਾਂ ਦਾ ਪਹਿਲਾਂ ਬਹੁਤ ਨਜ਼ਦੀਕੀ ਰਿਹਾ ਬੰਦਾ, ਜਿਹੜਾ ਕਿ ਕੋਈ ਨਾ ਕੋਈ ਆਪਣਾ ਬਿਜ਼ਨਸ ਇੰਟਰਸਟ ਕਰਕੇ ਵੱਖ ਹੋਇਆ। ਇਸ ਕਰਕੇ ਕਿਤੇ ਨਾ ਕਿਤੇ ਉਹਦੀ ਜਿਹੜੀ ਆਥੈਂਟਿਸਿਟੀ ਆ ਹਜੇ ਤੱਕ ਪਾਈ ਨਹੀਂ ਗਈ। ਕੋਈ ਜਾਂਚ ਚੱਲ ਰਹੀ ਹੈ ਜੀ ਉਹਦੇ? ਆਲਰੇਡੀ ਹਜੇ ਅੰਡਰ ਸਕੈਨਰ ਹੀ ਆ। ਮੈਂ ਉਹਨੂੰ ਕਵਾਂਗੇ ਉਹਨਾਂ ਨੂੰ ਹਜੇ ਕਲੀਨ ਚਿੱਟ ਵੀ ਨਹੀਂ ਦਿੱਤੀ, ਮਾਫ ਵੀ ਨਹੀਂ ਕੀਤਾ, ਲੇਕਿਨ ਹਜੇ ਤੱਕ ਉਹ ਐਟ ਪ੍ਰੈਜ਼ੈਂਟ ਹਜੇ ਤੱਕ ਉਸ ਤਰੀਕੇ ਨਾਲ ਪ੍ਰੂਫ ਕੋਈ ਗੱਲ ਸਾਬਿਤ ਨਹੀਂ ਹੋਈ ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਲੇਕਿਨ ਕਰਪਸ਼ਨ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ ਜ਼ੀਰੋ ਟੋਲਰੈਂਸ। ਇੱਕ ਹੋਰ, ਕਿਉਂਕਿ ਆਪਾਂ ਵੈਸੇ ਵੀ ਪੰਜਾਬ ਗੁਰੂਆਂ ਪੀਰ ਪੈਗੰਬਰਾਂ ਦੀ ਧਰਤੀ ਹੈ। ਤੁਹਾਡੇ ਤੋਂ ਪਹਿਲੀਆਂ ਸਰਕਾਰਾਂ ਦੇ ਵਕਤ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਹੱਥ ਵਿੱਚ ਗੁਟਕਾ ਸਾਹਿਬ ਵੀ ਫੜਿਆ, ਲੋਕਾਂ ਨੂੰ ਆਸਾਂ ਵੀ ਜਗਾਈਆਂ, ਤੇ ਉਹਦੇ ਤੋਂ ਬਾਅਦ ਤੁਹਾਡੀ ਸਰਕਾਰ ਆਈ। ਮੈਨੂੰ ਇਹ ਦੱਸਿਓ, ਮੈਂ ਬਹੁਤ ਵਾਰੀ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਕਿ ਕੋਈ ਸਰਕਾਰ ਇਹ ਕਵੇ ਮੈਂ ਕੱਲ੍ਹ ਨੂੰ ਇਨਸਾਫ ਨੂੰ ਨਹੀਂ ਦੇ ਸਕਦੀ। ਸਰਕਾਰ ਕੀ ਕਰ ਸਕਦੀ ਹੈ? ਸਰਕਾਰ ਕਹਿ ਸਕਦੀ ਹੈ ਕਿ ਤੁਹਾਡੀ ਮਰਜ਼ੀ ਦੀ ਇਨਵੈਸਟੀਗੇਸ਼ਨ ਟੀਮ ਲਾ ਸਕਦੇ ਹਾਂ, ਮਰਜ਼ੀ ਦੀ ਵਕੀਲਾਂ ਦੀ ਟੀਮ ਦੇ ਸਕਦੇ ਹਾਂ। ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਤੁਹਾਨੂੰ 15 ਦਿਨ ਸਾਨੂੰ ਦੇ ਦਿਓ, ਮਹੀਨਾ ਸਾਨੂੰ ਦੇ ਦਿਓ, 24 ਘੰਟੇ ਸਾਨੂੰ ਦੇ ਦਿਓ, ਇਹਦੇ 'ਚ ਕੀ ਤੁਹਾਨੂੰ ਲੱਗਦਾ ਸੀ ਕਿ 24 ਘੰਟੇ, 15 ਦਿਨ, ਡੇਢ ਮਹੀਨਾ, 2 ਮਹੀਨੇ 'ਚ ਇਨਸਾਫ ਦਿੱਤਾ ਜਾ ਸਕਦਾ? ਜੇ ਦਿੱਤਾ ਜਾ ਸਕਦਾ ਸੀ ਸਮੇਂ ਦੀ ਮੰਗ ਕਰਕੇ, ਤਾਂ ਫਿਰ ਲੋਕਾਂ ਦੀ ਮੰਗ ਜਾਇਜ਼ ਹੈ। ਇਹ ਦੋਵੇਂ ਸਵਾਲ ਨੇ ਜਿਹੜੇ ਬਦੋ ਬਰਾਬਰ ਚੱਲਦੇ ਆ ਜੀ, ਇਹਦੇ ਵਿੱਚ ਕੀ ਹੋ ਰਿਹਾ? ਬਿਲਕੁਲ, ਦੇਖੋ, ਗੁਰੂ ਸਾਹਿਬ ਦੀ ਬੇਅਦਬੀ ਵਾਲਾ ਵਿਸ਼ਾ ਔਰ ਨਸ਼ਿਆਂ ਦਾ, ਦੋ ਇਸ਼ੂ। ਮੈਂ ਨਸ਼ਿਆਂ ਵਾਲਾ ਤੁਸੀਂ ਛੇੜਿਆ, ਮੈਂ ਪਹਿਲਾਂ ਹੀ ਗੱਲ ਬਿਲਕੁਲ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਗੁਰੂ ਸਾਹਿਬ ਦੀ ਬੇਅਦਬੀ 2015 ਤੋਂ ਬਾਅਦ ਜਦੋਂ ਹੋਈ, ਔਰ ਤੋਂ ਲਗਾਤਾਰ ਰਾਜਨੀਤੀ ਹੋਈ ਜੀ, ਔਰ ਜਿੰਨੇ ਵੀ ਰਾਜਨੀਤੀ ਕੀਤੀ ਉਹਦਾ ਰਿਹਾ ਵੀ ਕੱਖ ਨਹੀਂ ਜੀ। ਦਰੁਸਤ, 2-3 ਮੁੱਖ ਮੰਤਰੀ ਜਾ ਚੁੱਕੇ ਆ। ਅਗਰ ਅਸੀਂ ਵੀ ਰਾਜਨੀਤੀ ਕਰਾਂਗੇ ਜਾਂ ਰਾਜਨੀਤਿਕ ਲਾਹਾ ਲੈਣ ਦੀ ਗੱਲ ਕਰਾਂਗੇ ਤੇ ਸੁਭਾਵਿਕ ਤੌਰ ਤੇ ਆ ਅਸੀਂ ਵੀ ਉਸ ਤੋਂ ਬਾਹਰ ਨਹੀਂ ਜਾ ਸਕਦੇ। ਹੋਇਆ ਕੀ ਆ, ਅਸਲੀਅਤ ਕੀ ਹੈ, ਮੈਂ ਤੁਹਾਨੂੰ ਦੱਸ। ਇਹਦੀ ਪੂਰੇ ਗੁਰੂ ਸਾਹਿਬ ਦੀ ਬੇਅਦਬੀ ਦੀ ਜਿੰਨੀ ਇਨਵੈਸਟੀਗੇਸ਼ਨ ਹੈ ਔਰ ਪ੍ਰੋਸੀਕਿਊਸ਼ਨ ਹੈ ਕੋਰਟ ਦੇ ਸਾਹਮਣੇ, ਉਹ ਬਹੁਤ ਵੱਡੇ ਸਤਰ ਤੱਕ ਰਾਜਨੀਤੀ ਤੋਂ ਪ੍ਰਭਾਵਿਤ ਰਹੀ ਜੀ। ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਐਵੀਡੈਂਸ ਸੀ ਉਹਨਾਂ 'ਚ ਵੀ ਤੋੜ ਮਰੋੜ ਕੀਤਾ ਗਿਆ। ਇਨਵੈਸਟੀਗੇਸ਼ਨ ਟੀਮ ਦੀ ਆਪਸ 'ਚ ਕੋਈ ਤਾਲਮੇਲ ਨਹੀਂ ਸੀ। ਪ੍ਰੋਸੀਕਿਊਸ਼ਨ ਦੇ ਦੌਰਾਨ ਇੰਨੇ ਹੱਦ ਇੱਥੋਂ ਤੱਕ ਹੋ ਗਈ ਬੈਨੀਪਾਲ ਸਾਹਿਬ ਕਿ ਲਾਅ ਆਫਿਸਰ ਜਿਹੜਾ ਪੰਜਾਬ ਸਰਕਾਰ ਦਾ ਲਾਅ ਆਫਿਸ ਹੈ, ਕਾਂਗਰਸ ਦੇ ਟਾਈਮ ਲਾਅ ਆਫਿਸ ਦਾ ਅਫਸਰ ਕੋਰਟ 'ਚ ਪੇਸ਼ ਵੀ ਨਹੀਂ ਹੁੰਦਾ ਰਿਹਾ। ਕਈ ਇਹੋ ਜਿਹੇ ਇਨਸੀਡੈਂਟ ਔਨ ਰਿਕਾਰਡ ਹੈ ਜੀ। ਮਾਨ ਸਾਹਿਬ ਦੀ ਸਰਕਾਰ ਪਾਰਦਰਸ਼ੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਾ ਰਹੀ ਹੈ। ਨਾ ਤੇ ਅਸੀਂ ਇਹਦੇ 'ਚ ਕਿਸੇ ਨੂੰ ਫਸਾਉਣਾ ਤੇ ਨਾ ਬਚਾਉਣਾ। ਨੋ ਡਾਊਟ ਇਹਦੇ 'ਚ ਹਜੇ ਥੋੜਾ ਟਾਈਮ ਹੋਰ ਵੀ ਲੱਗ ਸਕਦਾ। ਮੈਂ ਐਵੇਂ ਕਹਾਂ, ਮੈਂ ਟਾਈਮ ਬਾਉਂਡ ਨਹੀਂ ਕਰ ਸਕਦੇ। ਮੈਂ ਉਹੀ ਸਵਾਲ ਹੈ ਕਿ ਟਾਈਮ ਬਾਉਂਡ ਕਿਉਂ ਕੀਤਾ ਗਿਆ? ਕਈ ਵਾਰ ਕੀਤਾ ਗਿਆ। ਮੈਂ ਤਾਂ ਪਹਿਲਾਂ ਕਹਿੰਦਾ ਜੀ, ਮੈਨੂੰ ਲੱਗਦਾ ਹੈ ਵੀ ਕਿੰਨੀਆਂ ਪਰਿਸਥਿਤੀਆਂ 'ਚ ਕਿਉਂ ਗੱਲ ਕੀਤੀ ਗਈ, ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਪਾਰਟ ਸਟੇਟਸ ਗਵਰਨਮੈਂਟ ਦਾ ਹੈ, ਪ੍ਰੋਸੀਕਿਊਸ਼ਨ ਆਨਰੇਬਲ ਕੋਰਟਸ ਦਾ ਹੈ ਜੀ। ਸਾਡੀ ਜ਼ਿੰਮੇਵਾਰੀ ਔਰ ਗਾਰੰਟੀ ਤੇ ਇਹ ਰਹੂਗੀ। ਇਹ ਮੈਂ ਵੀ ਤੁਹਾਡੇ ਜਿਹੜਾ ਮੈਂ ਸਵਾਲ ਕਹਿ ਰਿਹਾ ਨਾ, ਸਵਾਲ ਤਾਂ ਜਾਇਜ਼ ਹੈ ਨਾ ਜੀ, ਕਿ ਅਸੀਂ ਇਹ ਦੱਸ ਸਕਦੇ ਹਾਂ ਕਿ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਟਾਈਮ ਬਾਉਂਡ ਇਹਨੂੰ ਕੀਤਾ ਨਹੀਂ ਜਾ ਸਕਦਾ ਸੀ, ਲੇਕਿਨ ਹੱਲ ਕੀਤਾ ਜਾ ਸਕਦਾ। ਹਾਂ, ਦਰੁਸਤ, ਹੱਲ ਅਸੀਂ ਕਰਕੇ ਜਾਵਾਂਗੇ। ਅਗਲੇ ਸਰਕਾਰ ਜਦੋਂ ਇਲੈਕਸ਼ਨਾਂ 'ਚ ਜਾਊਗੀ, ਪੰਜਾਬ ਦੇ ਲੋਕਾਂ ਕੋਲ ਸੁਭਾਵਿਕ ਤੌਰ ਤੇ ਆ ਇਹਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਕਰੂਗੀ। ਹਾਂ, ਮੈਂ ਫੇਰ ਰਿਪੀਟ ਕਰ ਦਿੰਦਾ, ਮਾਨ ਸਾਹਿਬ ਦੀ ਸਰਕਾਰ ਨਾ ਕਿਸੇ ਨੂੰ ਬਚਾਊਗੀ, ਨਾ ਫਸਾਊਗੀ, ਨਾ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਊਗੀ, ਨਾ ਪ੍ਰੋਸੀਕਿਊਸ਼ਨ ਹੋਊਗਾ। ਇਹ ਸਾਡੀ ਜ਼ਿੰਮੇਵਾਰੀ। ਹੁਣ ਇੱਕ 2 ਦਿਨ ਦਾ ਬਿਆਨ ਬੜਾ ਚਰਚਾ 'ਚ ਹੈ ਜੀ, ਗੋਲਕਾਂ ਵਾਲਾ ਜੀ। ਉਸ ਮਸਲੇ ਦੇ ਉੱਤੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਹਦੇ ਕੁਝ ਮੈਂਬਰ ਆਖ ਸਕਦੇ ਆ, ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੀ। ਮੈਂ ਅੱਜ ਹੀ ਉਚੇਚੇ ਤੌਰ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਸਵਾਲ ਕੀਤਾ ਸੀ ਕਿ ਤੁਹਾਨੂੰ ਕੀ ਲੱਗਦਾ, ਕੌਣ ਗਲਤ ਕੌਣ ਠੀਕ? ਉਹਨਾਂ ਦੀ ਰਾਏ ਕੁਝ ਹੋਰ ਸੀ, ਮਾਨ ਸਾਹਿਬ ਦੀ ਰਾਏ ਹੋਰ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੋਰ ਹੈ। ਤੁਸੀਂ ਮੁੱਖ ਬੁਲਾਰਾ ਹੋਣ ਦੇ ਨਾਤੇ ਇਹਨੂੰ ਕਿਵੇਂ ਡਿਫਾਈਨ ਕਰੋਗੇ? ਦੇਖੋ, ਇੱਕ ਗੱਲ ਤੇ ਮੈਂ ਸਪਸ਼ਟ ਕਰਾਂ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਹੁਤ ਹੀ ਸਿਰਮੌਰ ਜਥੇਬੰਦੀ ਹੈ ਜੀ ਔਰ ਇਹ ਬਹੁਤ ਘਾਲਣਾ ਘਾਲ ਕੇ 1920 ਚ ਔਰ ਉਸ ਤੋਂ ਬਾਅਦ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਤੇ ਇਹ ਜਥੇਬੰਦੀ ਹੋਣ ਚਾਹੀ ਬਿਲਕੁਲ ਔਰ ਇਹਦਾ ਪ੍ਰਬੰਧ ਦਾ ਬਹੁਤ ਹਿਸਟੋਰੀਕਲ ਜਿਹੜੇ ਫੈਕਟ ਹੈ ਉਹ ਮੌਜੂਦ ਹੈ, ਇਤਿਹਾਸ ਹੈ, ਬੜਾ ਸੁਨਹਿਰੀ ਇਤਿਹਾਸ ਹੈ। ਜੀ ਲੇਕਿਨ ਜਿਹੜਾ ਦੂਜਾ ਪੱਖ ਜਿਹੜਾ ਚਰਚਾ 'ਚ ਰਹਿ ਰਿਹਾ ਉਹਦਾ ਕਾਰਨ ਹੈ ਇੱਕ ਆਮ ਸਧਾਰਨ ਬੰਦੇ ਦੇ ਮਾਨਸਿਕਤਾ 'ਚ ਇਹ ਗੱਲ ਬੈਠ ਗਈ ਆ ਪਿਛਲੇ ਕੁਝ ਸਾਲਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਜੀ ਜੀ ਕਿ ਇੱਥੇ ਤੇ ਬਹੁਤ ਜ਼ਿਆਦਾ ਗੜਬੜੀਆਂ ਇੱਥੇ ਤੇ ਇੱਕ ਪਾਰਟਿਕੂਲਰ ਪਰਿਵਾਰ ਦੇ ਇਸ਼ਾਰੇ ਤੇ ਫੈਸਲੇ ਹੁੰਦੇ ਆ। ਇੱਥੋਂ ਤੱਕ ਵੀ ਐਲੀਗੇਸ਼ਨ ਲਾਉਂਦੇ ਨੇ ਨਾ, ਇਹ ਮਾਨ ਸਾਹਿਬ ਨੇ ਕੱਲਾ ਲਾਇਆ, ਇਹ ਰਜਿੰਦਰ ਕੌਰ ਭੱਠਲ ਨੇ ਬਤੌਰ ਕਾਂਗਰਸ ਪ੍ਰਧਾਨ 2008 ਚ, ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਚੀਫ ਮਿਨਿਸਟਰ ਇਹ ਲਾਇਆ ਕਿ ਗੋਲਕਾਂ ਦਾ ਪੈਸਾ ਬਾਦਲਾਂ ਦੀਆਂ ਰੈਲੀਆਂ ਤੇ ਖਰਚ ਕੀਤਾ ਜਾਂਦਾ ਹੈ। ਮੈਂ ਕਹਿੰਦਾ ਧਾਮੀ ਸਾਹਿਬ ਬਹੁਤ ਅੱਛੇ ਇਨਸਾਨ ਹੈ, ਇਮਾਨਦਾਰ ਬੰਦੇ ਆ, ਲੇਕਿਨ ਇਹਦੇ ਚ ਵੀ ਕੋਈ ਦੋ ਰਾਏ ਨਹੀਂ। ਜਿਹੜੀ ਆਮ ਚਰਚਾ ਬਣ ਗਈ ਵੀ ਗੋਲਕਾਂ ਦਾ ਪੈਸੇ ਦੀ ਦੁਰਵਰਤੋਂ ਹੁੰਦੀ ਆ ਰਾਜਨੀਤਿਕ ਮਹੱਤਵ ਲਈ ਜਾਂ ਕਿਸੇ ਨੂੰ ਫੇਵਰ ਕਰ ਲਈ, ਉਹ ਇੱਕ ਆਮ ਜ਼ੁਬਾਨ ਤੇ ਚੜ ਗਈ ਗੱਲ ਕਿ ਗੋਲਕਾਂ ਦੇ ਪੈਸੇ ਦਾ ਮਿਸਯੂਜ਼ ਹੁੰਦਾ ਹੈ ਤੇ ਕਈ ਡਿਬੇਟਸ ਹੋ ਗਈਆਂ। ਉਹਦੇ ਚੋਂ ਨਿਕਲਿਆ ਇੱਕ ਸ਼ਬਦ ਹੈ, ਨਹੀਂ ਤੇ ਅਦਰਵਾਈਜ਼ ਸਾਡੀ ਇਹ ਕੋਈ ਭਾਵਨਾ ਨਹੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਨੂੰ ਅਸੀਂ ਮਾੜਾ ਕਹੀਏ ਜਾਂ ਜਿਸ ਮੋਟਿਵ ਨੂੰ ਲੈ ਕੇ ਉਹ ਜਥੇਬੰਦੀ ਬਣੀ ਆ ਉਹਦੇ ਤੇ ਕਿਸ ਤਰ੍ਹਾਂ ਦਾ ਕੋਈ ਸਵਾਲ ਨਹੀਂ। ਪਰ ਹੁਣ ਜਿਹੜਾ ਉਹਨਾਂ ਨੂੰ ਲੈ ਕੇ ਬਿਲਕੁਲ ਜੋ ਉਹਨਾਂ ਨੇ ਆਖਿਆ ਕਿ ਜਾਂ ਮਾਫੀ ਮੰਗੋ ਜਾਂ ਮਾਨਹਾਨੀ ਦੇ ਮੁਕੱਦਮੇ ਵਾਸਤੇ ਤਿਆਰ ਰਹੋ, ਕੀ ਹੋਊਗਾ? ਮੈਨੂੰ ਲੱਗਦਾ ਹੈ ਵੀ ਇਹ ਐਕਚੁਅਲ ਚ ਨਾ ਧਾਮੀ ਸਾਹਿਬ ਦਾ ਬਿਆਨ ਨਹੀਂਗਾ, ਇਹਦੇ ਪਿੱਛੇ ਬਾਦਲ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਹੈ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਇਸ ਟਾਈਮ ਇਹ ਦੇਖ ਰਹੇ ਕਿਸੇ ਹੀ ਲਵਸੀਲਾ ਕਰਕੇ ਅਸੀਂ ਲੋਕਾਂ 'ਚ ਆਪਣੀ ਕੋਈ ਐਗਜ਼ਿਸਟੈਂਸ ਬਣਾ ਲਈਏ, ਕੋਈ ਛਾਪ ਛੱਡ ਦਈਏ। ਅਦਰਵਾਈਜ਼ ਮੈਂ ਤੁਹਾਨੂੰ ਦੱਸਿਆ ਭੱਠਲ ਨੇ ਵੀ ਕਿਹਾ ਹੈ, ਕੈਪਟਨ ਅਮਰਿੰਦਰ ਨੇ ਵੀ ਕਿਹਾ, ਇਹ ਆਮ ਚਰਚਾ ਵੀ ਹੈ ਪਬਲਿਕ 'ਚ ਜੀ ਕਿ ਐਸਜੀਪੀਸੀ ਦਾ ਕਿਸ ਤਰੀਕੇ ਨਾਲ ਦੁਰਵਰਤੋਂ। ਹਰਿਆਣੇ ਦੇ ਤੇ ਅਕਾਲੀ ਦਲ ਦੇ ਲੀਡਰ ਸ਼ਰਮ ਓਪਨਲੀ ਕਹਿੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲੇ ਆ ਕੇ ਸਾਡਾ ਪੈਸਾ ਵੀ ਲੈ ਜਾਂਦੇ ਗੋਲਕਾਂ ਦਾ, ਇੱਥੇ ਬੰਦੇ ਵੀ ਉੱਥੋਂ ਰੱਖਦੇ ਆ, ਹਰਿਆਣੇ ਵਾਲਿਆਂ ਨੂੰ ਮਿਲਦਾ ਕੁਝ ਨਹੀਂ। ਤੇ ਮਤਲਬ ਰਿਕਾਰਡ ਦਾ ਵਿਸ਼ਾ ਹੈ ਨਾ, ਰਿਕਾਰਡ ਦੀਆਂ ਗੱਲਾਂ। ਸੋ ਸਾਡੀ ਵੀ ਭਾਵਨਾ ਤੇ ਉਹੀ ਸੀ, ਅਦਰਵਾਈਜ਼ ਇਹਨੂੰ ਉਹ ਪੋਲੀਟੀਕਲ ਰੰਗਤ ਦੇਣਾ ਉਹ ਅਕਾਲੀ ਦਲ ਦੀ ਮਰਜ਼ੀ ਹੈ, ਦੇਈ ਜਾਣ। ਕੰਗ ਸਾਹਿਬ, ਇੱਕ ਵਿਰੋਧੀਆਂ ਵੱਲੋਂ ਤੂਲ ਕਹੀਏ ਜੀ ਜਾਂ ਲੋਕਾਂ ਦੇ ਦਿਮਾਗ ਦੇ ਵਿੱਚ ਵਾਰ-ਵਾਰ ਜੇ ਤੁਸੀਂ ਬਲੂੰਗੜੇ ਨੂੰ ਜਾਂ ਤੁਸੀਂ ਲੇਲੇ ਨੂੰ ਕਤੂਰਾ ਵਾਰ-ਵਾਰ ਕਹੋਗੇ ਤੇ ਲੋਕਾਂ ਨੂੰ ਕਤੂਰਾ ਲੱਗਣ ਲੱਗ ਪੈਂਦਾ। ਹੁਣ ਇੱਕੋ ਹੀ ਗੱਲ ਵਾਰ-ਵਾਰ ਕਿ ਆਮ ਆਦਮੀ ਪਾਰਟੀ ਇਹਦਾ ਰਿਮੋਟ ਕੰਟਰੋਲ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ। ਹਾਲਾਂਕਿ ਕਾਂਗਰਸ ਹੈ, ਭਾਜਪਾ ਹੈ, ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਉੱਪਰੋਂ ਗੱਲ ਸੁਣਨੀ ਪੈਂਦੀ ਹੈ। ਤੁਹਾਡੀ ਵੀ ਨੈਸ਼ਨਲ ਪਾਰਟੀ, ਮੁਬਾਰਕਾਂ ਤੁਹਾਨੂੰ, ਨੈਸ਼ਨਲ ਪਾਰਟੀ ਬਣ ਗਏ ਹੋ। ਅੱਛਾ, ਮੈਨੂੰ ਇਹ ਦੱਸਿਓ ਇਸ ਗੱਲ ਵਿੱਚ ਕਿੰਨਾ ਕੁ ਲੋਕਾਂ ਨੂੰ ਦੱਸੀ ਜਾਣ ਵਾਲੀ ਗੱਲ ਜਾਇਜ਼ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਪੱਧਰ ਤੇ ਆ ਫੈਸਲੇ ਨਹੀਂ ਲੈ ਪਾ ਰਹੇ, ਉਹ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੇ? ਪਹਿਲੀ ਗੱਲ ਤੇ ਬਲੂੰਗੜਾ ਜੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਹੈ ਤੇ ਲੋਕਾਂ ਨੇ ਮੰਨ ਵੀ ਲਿਆ ਪੱਪੂ ਆ, ਕਿਉਂਕਿ ਉਹਨਾਂ ਦੇ ਕਾਰ ਵਿਵਹਾਰ 'ਚ, ਉਹਨਾਂ ਦੀ ਬਾਡੀ ਲੈਂਗੁਏਜ 'ਚ, ਉਹਨਾਂ ਦੀ ਜੋ ਕਾਰਜਸ਼ੈਲੀ ਸੀ ਉੱਤੇ ਸਵਾਲ ਖੜੇ ਹੁੰਦੇ ਆ। ਅਰਵਿੰਦ ਕੇਜਰੀਵਾਲ ਜੀ ਨੂੰ ਨਹੀਂ ਕੋਈ ਕਹਿ ਸਕਦਾ। ਦੇਖੋ ਉਹਦਾ ਕਾਰਨ ਹੈ, ਅਰਵਿੰਦ ਕੇਜਰੀਵਾਲ IIT ਚੋਂ ਪਾਸ ਆਊਟ ਹੈ ਔਰ IRS ਅਫਸਰ ਰਹੇ, ਫਿਰ ਨੌਕਰੀ ਨੂੰ ਲੱਤ ਮਾਰ ਕੇ ਜਨਤਾ ਦੇ ਸੰਘਰਸ਼ 'ਚ ਆਏ ਆ ਇੱਕ ਮੋਟਿਵ ਨਾਲ, ਇੱਕ ਸੋਚ ਨਾਲ। ਨੋ ਡਾਊਟ ਸਾਡੀ ਨੈਸ਼ਨਲ ਪਾਰਟੀ ਔਰ ਨੈਸ਼ਨਲ ਪਾਰਟੀ ਹੋਣ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜੀ ਦੇ ਨੈਸ਼ਨਲ ਮੁਖੀਆ ਹੈ ਔਰ ਬਹੁਤ ਹੀ ਕੰਪੀਟੈਂਟ ਲੀਡਰ ਤੇ ਅਫਸਰ ਰਹੇ ਹੈ, ਲੀਡਰ ਹੈਗੇ, ਅਫਸਰ ਰਹੇ ਹੈ। ਸੁਭਾਵਿਕ ਤੌਰ ਤੇ ਆ ਪਾਰਟੀ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਕੰਸਲਟ ਕਰਕੇ ਗਾਈਡੈਂਸ ਲੈ ਕੇ ਵੀ ਕੰਮ ਕਰਦੀ ਹੈ। ਲੇਕਿਨ ਪੰਜਾਬ ਦੇ ਲੀਡਰ ਭਗਵੰਤ ਸਿੰਘ ਮਾਨ ਹੈ, ਮਾਨ ਸਾਹਿਬ ਉਹ ਇਕਲੌਤੇ ਪੰਜਾਬ ਦੇ ਐਸੇ ਲੀਡਰ ਹੈ ਜਿਨ੍ਹਾਂ ਨੇ ਰਾਜਨੀਤੀ 'ਚ ਆ ਕੇ ਆਪਣੀ ਜਾਇਦਾਦ ਗਵਾਈ ਆ, ਬਣਾਈ ਨਹੀਂ। ਔਰ ਇਮਾਨਦਾਰੀ, ਕੋਈ ਪਿੱਠ ਪਿੱਛੇ ਵੀ ਉਹਨਾਂ ਦਾ ਮਤਲਬ ਵਿਰੋਧੀ ਵੀ ਨਹੀਂ ਕਹਿ ਸਕਦਾ, ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਮੋਸਟ ਪਪੂਲਰ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਸਭ ਤੋਂ ਪਪੂਲਰ ਮੁੱਖ ਮੰਤਰੀ ਦੇ ਨਾਤੇ ਉਹ ਕੰਮ ਕਰ ਰਿਹਾ। ਪੰਜਾਬ ਦੀ ਕਮਾਂਡ ਉਹਨਾਂ ਦੇ ਹੱਥ 'ਚ ਹੈ, ਲੇਕਿਨ ਇਹ 'ਚ ਕੋਈ ਦੋ ਰਾਏ ਨਹੀਂ ਹੈ। ਅਸੀਂ ਨੈਸ਼ਨਲ ਲੀਡਰਸ਼ਿਪ ਨਾਲ ਕੰਸਲਟ ਕਰਕੇ ਜਿੱਥੇ ਗਾਈਡੈਂਸ ਦੀ ਲੋੜ ਆ ਅਸੀਂ ਲੈਨੇ ਵੀ ਆ। ਉਹਨੂੰ ਕਾਂਗਰਸ ਜਿਸ ਤਰ੍ਹਾਂ ਮਰਜ਼ੀ ਕਹੀ ਜਾਵੇ, ਕਾਂਗਰਸ ਕਿੱਥੋਂ ਚੱਲਦੀ ਹੈ? ਇਹ ਕਿਹੜਾ ਸੰਗਰੂਰ ਤੋਂ ਚੱਲਦੇ ਆ? ਭਾਜਪਾ ਕਿੱਥੋਂ ਚੱਲਦੀ ਆ? ਬਾਦਲ ਸਾਹਿਬ ਤੇ ਚੱਲਦੀ ਇੱਕ ਪਰਿਵਾਰ ਦੀ ਪਾਰਟੀ ਆ ਉਹ 'ਚ ਤੇ ਹੁਣ। ਸੋ ਇਸ ਕਰਕੇ ਸਾਨੂੰ ਕੋਈ ਗਰੇਜ ਨਹੀਂ ਹੈ। ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਹੈੱਡ ਦੇ ਨਾਤੇ ਸਾਨੂੰ ਗਾਈਡ ਕਰਦੇ ਆ। ਇੱਕ ਮੁੱਦਾ ਪਹਿਲੀਆਂ ਸਰਕਾਰਾਂ ਵਕਤ ਵੀ ਰਿਹਾ, ਤੁਹਾਡੇ ਵਕਤ ਵੀ ਹੈ, ਨਜਾਇਜ਼ ਮਾਈਨਿੰਗ ਦਾ ਜੀ। ਬਹੁਤ ਸਾਰਾ ਪੈਸਾ ਚੋਣਾਂ ਤੋਂ ਪਹਿਲਾਂ ਆਖਿਆ ਗਿਆ ਕਿ ਉਧਰੋਂ ਆ ਲਿਆਵਾਂਗੇ, ਨਿਕਲ ਆਊਗਾ ਜੀ, ਪਰ ਹਾਲੇ ਵੀ ਮੇਰੇ ਕੋਲੇ ਬਹੁਤ ਸਾਰੀਆਂ ਫੋਟੋਆਂ, ਬਹੁਤ ਸਾਰੀਆਂ ਕਟਿੰਗਸ ਲੋਕ ਭੇਜਦੇ ਆ ਜਿਹੜੇ ਦਰਸ਼ਕ ਰੂਪ ਵਿੱਚ ਰੋਜ਼ਾਨਾ ਜੁੜਦੇ ਆ ਕਿ ਜਾਂ ਸਤਲੁਜ ਤੇ ਹੋਈ ਜਾ ਰਹੀ ਹੈ ਜਾਂ ਫਲਾਣੇ ਥਾਂ ਨਜਾਇਜ਼ ਮਾਈਨਿੰਗ ਹੋਈ ਜਾ ਰਹੀ ਹੈ।
ਇਹਨੂੰ ਠੱਲ ਕਦੋਂ ਕੁ ਪੈਗੀ? ਨਹੀਂ ਦੇਖੋ, ਇਲੀਗਲ ਮਾਈਨਿੰਗ ਤੇ ਤਾਂ ਠੱਲ ਪੈ ਗਈ, ਅੱਛਾ, ਨੋ ਡਾਊਟ। ਉਹਦੇ ਕਰਕੇ ਹੀ ਸਪਲਾਈ ਘਟੀ ਆ ਤੇ ਡਿਮਾਂਡ ਵਧੀ ਆ। ਪਹਿਲਾਂ ਕੀ ਹੀ ਜਣਾ ਖਣਾ ਹੀ ਖੱਡ ਚਲਾ ਲੈਂਦਾ ਸੀ ਤੇ ਵੱਡੇ ਲੀਡਰਾਂ ਨੂੰ ਜਾ ਕੇ ਉਹਨਾਂ ਦੀ ਹਿੱਸਾ ਪੱਤੀ ਦੇ ਆਉਂਦੇ ਸੀ। ਸਾਡੀ ਸਰਕਾਰ ਦਾ ਇਹ ਫਰਕ ਹੈ, ਨਾ ਹਿੱਸੇਦਾਰੀ ਫਿਕਸ ਹੋ ਰਹੀ ਹੈ, ਨਾ ਇਹਦੇ 'ਚ ਕੋਈ ਪਾਰਟਨਰਸ਼ਿਪ ਫਿਕਸ ਹੋ ਰਹੀ ਹੈ। ਹਾਂ, ਇਹ ਬਿਲਕੁਲ ਗੱਲ ਠੀਕ ਹੈ, ਰੇਤ ਦੀ ਜਿਹੜੀ ਡਿਮਾਂਡ ਹੈ ਉਹ ਜ਼ਿਆਦਾ ਹੋਣ ਕਰਕੇ ਕਿਤੇ ਨਾ ਕਿਤੇ ਨੋ ਡਾਊਟ ਰੇਤ ਦੀ ਪੂਰਤੀ ਵੀ ਨਹੀਂ ਹੋ ਰਹੀ, ਰੇਟਾਂ 'ਚ ਵੀ ਫਰਕ ਹੈ। ਇਸੇ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਆਪ ਇੱਕ ਵੱਡੇ ਸਟੋਰ ਮੁਹਾਲੀ 'ਚ ਵੀ ਖੋਲਿਆ, ਵੱਡੇ ਲੈਵਲ ਤੇ ਅਸੀਂ ਖੋਲ ਰਹੇ ਹਾਂ। ਲੇਕਿਨ ਮੈਨੂੰ ਲੱਗਦਾ ਅਗਲੇ 6 ਮਹੀਨਿਆਂ 'ਚ ਰੇਤ ਦੀ ਪੂਰੀ ਪਾਲਿਸੀ, ਟਰਾਂਸਪੇਰੈਂਟ ਪਾਲਿਸੀ, ਜਿਹਦਾ 'ਚ ਇੱਕ ਇੱਕ ਪੈਸਾ ਪੰਜਾਬ ਦੇ ਖਜ਼ਾਨੇ 'ਚ ਆਵੇ ਔਰ ਲੋਕਾਂ ਨੂੰ ਸਸਤੀ ਤੇ ਜਿੰਨੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਉਹਨੂੰ ਰੇਤ ਮਿਲੇ। ਇਹ ਤੇ ਕੰਮ ਸਰਕਾਰ ਕਰ ਰਹੀ ਹੈ। ਲੇਕਿਨ ਜਿਹੜਾ ਉਹ ਰੇਤ ਮਾਫੀਆ ਸੀ, ਹਿੱਸਾ ਪੱਤੀ ਸੀ, ਜਿਹੜਾ ਉਹ ਹਰੀਸ਼ ਚੌਧਰੀ ਤੋਂ ਗਰਾਈ ਕਰਕੇ ਜਾਂਦਾ ਸੀ ਕਾਂਗਰਸ ਦਾ, ਜਿਹੜਾ ਚੰਨੀ ਸਾਹਿਬ ਦੇ ਭਤੀਜਾ ਜੀ ਦੇ ਕਰਕੇ ਅੰਦਰ ਹੈ, ਉਹ ਸਾਰਾ ਕਾਰੋਬਾਰ, ਕਾਲਾ ਬਾਜ਼ਾਰ, ਉਹ ਮਾਨ ਸਾਹਿਬ ਦੀ ਸਰਕਾਰ ਨੇ ਬੰਦ ਕਰ ਦਿੱਤਾ। ਪਰ ਹਾਲੇ ਵੀ ਬਹੁਤ ਸਾਰੀਆਂ ਖਬਰਾਂ ਮਿਲਦੀਆਂ ਨੇ, ਜਿੱਥੇ ਆਉਂਦਾ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਆ, ਨੋ ਡਾਊਟ। ਵੇਲੇ ਕਵੇਲੇ ਕਈ ਹਜੇ ਦੇਖੋ, ਮੂੰਹ ਨੂੰ ਖੂਨ ਲੱਗਿਆ ਹੋਵੇ ਤੇ ਐਡਾ ਸੌਖਾ ਨਹੀਂਗਾ, ਔਰ ਇਹ ਤੇ ਕਈ ਸਾਲਾਂ ਦਹਾਕਿਆਂ ਦਾ ਲੱਗਿਆ ਸੀ, ਔਰ ਇਹਦੇ 'ਚ ਇਕਨੋਮਿਕ ਇੰਟਰਸਟ ਹੈ। ਇਹ ਤੇ ਕੰਮ ਹੀ ਬੜਾ ਸੌਖਾ ਹੈ ਕਿ ਰੇਤ ਚੁਕਾ ਦੋ ਤੇ ਪੈਸੇ ਘਰੇ ਮਿਲ ਜਾਂਦੇ ਸੀ, ਔਰ ਲੀਡਰਾਂ ਨੂੰ ਤੇ ਉਹਨਾਂ ਦੇ ਘਰੇ ਪਹੁੰਚ ਜਾਂਦਾ, ਜਾਣਾ ਵੀ ਨਹੀਂ ਪੈਂਦਾ ਸੀ। ਔਰ ਪੁਲਿਸ ਦੇ ਵੀ ਨਿਚਲੇ ਲੈਵਲ ਦੇ ਕੁਝ ਲੋਕ ਅਫਸਰ ਇਹ 'ਚ ਇਨਵੋਲਵ ਰਹੇ ਆ। ਸੁਭਾਵਿਕ ਤੌਰ ਤੇ ਆ ਉਸ ਸਿਸਟਮ ਨੂੰ ਦਰੁਸਤ ਕਰਨ 'ਚ ਸਮਾਂ ਲੱਗ ਰਿਹਾ। ਸਮਾਂ ਹਜੇ 6 ਮਹੀਨੇ, ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ, ਹੋਰ ਲੱਗੂਗਾ। ਲੇਕਿਨ ਸਾਡੇ ਮਿਨਿਸਟਰ, ਚਾਹੇ ਹਰਜੋਤ ਬੈਂਸ ਜੀ ਹੋਣ, ਚਾਹੇ ਸਾਡੇ ਚੀਫ ਮਿਨਿਸਟਰ ਸਾਹਿਬ ਹੋਣ, ਬਹੁਤ ਫੋਕਸ ਕਰਕੇ, ਪਹਿਲਾ ਕੰਮ ਹੈ ਕਿ ਇਲੀਗਲ ਰੇਤ ਬੰਦ, ਖੱਡਾਂ ਬੰਦ ਹੋਣ। ਦੂਜਾ ਕੰਮ ਹੈ ਲੋਕਾਂ ਨੂੰ ਪ੍ਰੋਪਰ ਸਪਲਾਈ ਮਿਲੇ, ਤੇ ਤੀਸਰਾ ਇੱਕ ਇੱਕ ਪੈਸਾ ਪੰਜਾਬ ਦੇ ਖਜ਼ਾਨੇ 'ਚ ਆਵੇ, ਜਿਹੜਾ ਕਿ ਲੋਕਾਂ ਦੇ ਵੈਲਫੇਅਰ। ਦੋ ਵੱਡੇ ਮੁੱਦੇ ਹੋਰ ਨੇ ਜੀ। ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਾਂ ਦਾ ਮਿਲਣਾ, ਨਸ਼ਿਆਂ ਦਾ ਮਿਲਣਾ ਜੀ, ਅਤੇ ਇਹਦੇ ਨਾਲ ਹੀ ਜੇ ਆਪਾਂ ਜ਼ਿਕਰ ਕਰੀਏ ਤੇ ਨਸ਼ਿਆਂ ਦੇ ਬਾਬਤ ਤੁਸੀਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਗੱਲ ਕਰਾਂਗਾ। ਬਿਲਕੁਲ। ਨਸ਼ਿਆਂ ਦਾ ਤਾਂ ਮੈਂ ਇਹ ਆਖ ਸਕਦਾ ਕਿ ਦੁਨੀਆ ਦਾ ਕੋਈ ਵੀ ਕੋਨਾ ਨਸ਼ਿਆਂ ਤੋਂ ਬਚਿਆ ਨਹੀਂ। ਅਸੀਂ ਜਿਸ ਸੂਬੇ ਵਿੱਚ ਰਹਿੰਦੇ ਹਾਂ, ਬ੍ਰਿਟਿਸ਼ ਕੋਲੰਬੀਆ ਜੀ, ਉੱਥੇ ਐਵਰੇਜ ਹੈ ਜੀ 1 ਮਹੀਨੇ ਦੀ, ਸ਼ਾਇਦ ਬਹੁਤ ਸਾਰੇ ਦਰਸ਼ਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੇ, 51 ਲੱਖ ਦੀ ਆਬਾਦੀ ਹੈ ਜੀ ਸਾਡੇ ਸੂਬੇ ਦੀ। 168 ਤੋਂ 70 168-70 ਮੌਤਾਂ 1 ਮਹੀਨੇ ਦੀਆਂ ਨੇ ਓਵਰਡੋਜ਼ ਨਾਲ। 51 ਲੱਖ ਤੇ ਇੱਧਰ ਲਗਭਗ 3 ਕਰੋੜ, ਤੇ ਮੈਂ ਅੰਕੜੇ ਤਾਂ ਨਹੀਂ ਦਿਆਂਗਾ, ਪਰ ਉਹਦੇ ਮੇਰੇ ਖਿਆਲ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਹੈ ਤਾਂ ਇਹ ਆਲਮੀ ਪੱਧਰ ਤੇ ਬਿਮਾਰੀ, ਪਰ ਇਸ ਮੁੱਦੇ ਨੂੰ ਆਧਾਰ ਬਣਾ ਕੇ ਤੇ ਇਲੈਕਸ਼ਨਾਂ ਲੜੀਆਂ ਜਾਂਦੇ ਨੇ, ਉੱਥੇ ਇਲੈਕਸ਼ਨ ਨਹੀਂ ਲੜੀ ਜਾਂਦੀ ਇਸ ਮੁੱਦੇ ਨੂੰ ਆਧਾਰ ਬਣਾ ਕੇ, ਤੇ ਨਾ ਹੀ ਇਹ ਮੁੱਦਾ ਰਾਤੋਂ ਰਾਤ ਹੱਲ ਹੋਣ ਵਾਲਾ ਹੈ। ਕਿੰਨਾ ਕੁ ਫੋਕਸ ਕੀਤਾ, ਕਿਉਂਕਿ ਲੋਕ ਔਖੇ ਆ। ਲੋਕ ਕਹਿੰਦੇ ਆ ਕਿ ਨਾ ਪੁਲਿਸ ਸੁਣਦੀ ਹੈ, ਨਾ ਪ੍ਰਸ਼ਾਸਨ ਸੁਣਦਾ ਹੈ, ਨਾ ਸਰਕਾਰ ਨੇ ਜੋ ਆਖਿਆ ਸੀ ਉਹ ਕਰਦੀ ਹੈ। ਕੀ ਹੋ ਰਿਹਾ ਜੀ ਇਸ ਮਸਲੇ ਤੇ? ਇਹ ਤੇ ਲੋਕਾਂ ਦਾ ਜਿਹੜਾ ਕੰਸਰਨ ਹੈ ਤੇ ਵਾਜਿਬ ਹੈ ਵੀ ਨਸ਼ਿਆਂ ਦੀ ਜਿਹੜੀ ਮਾਰ ਹੈ ਹਜੇ ਵੀ ਪੈ ਗਈ ਹੈ, ਮੈਂ ਮੰਨਣ ਨੂੰ ਤਿਆਰ ਹਾਂ ਤੁਹਾਡੇ ਚੈਨਲ। ਲੇਕਿਨ ਇਹਦੇ ਪਿੱਛੇ ਵੀ ਪੂਰਾ ਇੱਕ ਜਿਹੜੀ ਲੌਬੀ ਹੈ, ਜਿਸ ਤਰ੍ਹਾਂ ਤੁਸੀਂ ਦੁਨੀਆ ਲੈਵਲ ਤੇ ਦੇਖਿਆ, ਉਸ ਹਿਸਾਬ ਨਾਲ ਪੰਜਾਬ 'ਚ ਵੀ ਇੱਕ ਬਹੁਤ ਵੱਡੀ ਪੁਸਤ ਪਨਾਈ, ਜਿਹਦੇ 'ਚ ਇਕਨੋਮਿਕ ਇੰਟਰਸਟ ਲੋਕਾਂ ਦੇ ਪੈਦਾ ਹੋ ਗਏ। ਕਈ ਲੀਡਰ ਜੇਲ੍ਹਾਂ ਵੀ ਕੱਟਿਆ ਹੈ ਜੀ। ਉਹਦੇ 'ਚ ਇੱਕ ਨੈਕਸਸ ਪੁਲਿਸ ਦਾ, ਨਸ਼ਿਆਂ ਦੇ ਕਾਰੋਬਾਰੀਆਂ ਦਾ ਤੇ ਰਾਜਨੀਤਿਕ ਕਲਾਸ ਦਾ ਬਣ ਗਿਆ। ਅੱਜ ਇੱਕ ਗੱਲ ਦੀ ਮੈਂ ਜ਼ਿੰਮੇਵਾਰੀ ਲੈ ਸਕਦਾ, ਤੁਸੀਂ ਵੀ ਮੰਨਣ ਨੂੰ ਤਿਆਰ ਰਹੋਗੇ ਕਿ ਸਾਡਾ ਇਸ ਟਾਈਮ ਕੋਈ ਲੀਡਰ, ਸਾਡਾ ਕੋਈ ਐਮਐਲਏ ਜਾਂ ਸਾਡਾ ਕੋਈ ਮੰਤਰੀ ਨਸ਼ੇ ਨਹੀਂ ਵਿਕਵਾ ਰਿਹਾ, ਨਾ ਵਿਕਵਾਊਗਾ। ਜੇ ਵਿਕਵਾਊਗਾ ਤੇ ਨਤੀਜੇ ਭੁਗਤਣੇ ਪੈਣਗੇ। ਜਾਊਗਾ, ਬਿਲਕੁਲ ਜਾਊ, ਕੋਈ ਕੰਪਰੋਮਾਈਜ਼ ਨਹੀਂ। ਹਾਂ, ਇਹ ਗੱਲ ਠੀਕ ਹੈ, ਸਾਡਾ ਬਾਰਡਰ ਸਟੇਟ ਹੋਣ ਕਰਕੇ, ਇੱਕ ਵੱਡਾ ਪ੍ਰਭਾਵਸ਼ਾਲੀ ਨੈਕਸਸ ਹੋਣ ਕਰਕੇ, ਜਿਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੈ, ਉਹਨੂੰ ਮਾਨ ਸਾਹਿਬ ਲੱਗੇ ਤੇ ਹੋਏ। ਸਾਡੇ ਡੀਜੀਪੀ ਸਾਹਿਬ ਆਪ ਨਾਕਿਆਂ ਤੇ ਜਾ ਕੇ ਖੜ ਜਾਂਦੇ ਆ। ਲੇਕਿਨ ਮੈਨੂੰ ਲੱਗਦਾ ਇਹਦੇ ਲਈ ਇੱਕ ਅਲਟਰਨੇਟਿਵ ਫੋਰਸ ਜਿਹੜੀ ਆ ਪੰਜਾਬ ਸਰਕਾਰ ਨੂੰ ਆਉਣ ਵਾਲੇ ਟਾਈਮ 'ਚ ਤਿਆਰ ਕਰਨੀ ਪੈਣੀ ਆ। ਉਹਦੇ ਲਈ ਵਿਚਾਰ ਵੀ ਕਰ ਰਿਹਾ, ਜਿਹੜੀ ਪਾਰਟਿਕੂਲਰ ਨਸ਼ਿਆਂ ਤੇ ਹੀ ਕੰਮ ਕਰੇ ਔਰ ਤੇ ਨਕੇਲ ਕੱਸੇ। ਕਿਉਂਕਿ ਮੌਜੂਦਾ ਜਿਹੜੀ ਫੋਰਸ ਦਾ ਇੱਕ ਬਹੁਤ ਵੱਡਾ ਤਬਕਾ ਇਹਦੇ 'ਚ ਆਪਣੇ ਇਕਨੋਮਿਕ ਇੰਟਰਸਟ ਹੋਣ ਕਰਕੇ ਇਨਵੋਲਵ ਹੋ ਗਿਆ ਜੀ। ਸੋ ਇਹ ਸਾਡੀਆਂ ਪਰੇਸ਼ਾਨੀਆਂ ਆ। ਨੋ ਡਾਊਟ ਸਰਕਾਰ ਦੀ ਮਨਸ਼ਾ ਇਹਦੇ ਤੇ ਵੀ ਸਾਫ਼ ਹੈ, ਸਰਕਾਰ ਦੀ ਨੀਅਤ ਸਾਫ਼ ਹੈ, ਕਰਨਾ ਵੀ ਚਾਹੁੰਦੇ ਆ। ਔਰ ਨਸ਼ੇ ਨੋ ਡਾਊਟ ਹਜੇ ਕਾਫੀ ਹੱਦ ਤੱਕ ਨਸ਼ਿਆਂ ਦਾ ਜਿਹੜਾ ਸਪਲਾਈ ਹੈ ਉਹ ਹੈਗੀ ਆ, ਮੈਂ ਮੰਨਣ ਨੂੰ ਵੀ ਤਿਆਰ। ਸੋ ਇਹਦੇ ਤੇ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਥੋੜਾ ਹਜੇ ਮਾਨ ਸਾਹਿਬ ਤੇ ਹੋਰ ਭਰੋਸਾ ਰੱਖਣਾ ਪਊਗਾ। ਖੇਤੀ ਪ੍ਰਧਾਨ ਸੂਬਾ ਜਿਹਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਜੀ ਜੀ, ਕਿਸਾਨ ਤਾਂ ਡੀਸੀ ਦਫ਼ਤਰ ਘੇਰੀ ਬੈਠੇ ਆ ਜੀ, ਟੋਲ ਪਲਾਜ਼ੇ ਜਾਮ ਕਰੀ ਬੈਠੇ ਆ। ਜਿਹੜੀਆਂ ਪੰਜਾਬ ਸਰਕਾਰ ਨਾਲ ਉਹਨਾਂ ਦੀ ਸਹਿਮਤੀ ਬਣੀ ਸੀ ਮੰਗਾਂ ਤੇ, ਕਦੋਂ ਤੱਕ ਇੰਪਲੀਮੈਂਟ ਹੋ ਜਾਣਗੀਆਂ? ਦੇਖੋ ਮੇਰੀ ਗੱਲ ਸੁਣੋ, ਇੱਕ ਤੇ ਸਾਡੇ ਕਿਸਾਨ ਲੀਡਰਾਂ ਨੂੰ ਵੀ ਸਮਝਣਾ ਚਾਹੀਦਾ ਔਰ ਸਤਿਕਾਰਿਤ ਹੈ, ਮੈਂ ਬੇਨਤੀ ਵੀ ਕਰੂੰਗਾ ਤੁਹਾਡੇ ਰਾਹੀਂ
ਕਿ ਪਹਿਲਾ ਮੁੱਖ ਮੰਤਰੀ ਆ ਜਿਹੜਾ ਸੰਵਾਦ ਲਈ ਹਰ ਟਾਈਮ ਤਿਆਰ ਰਹਿੰਦਾ ਹੈ, ਔਰ ਜਦੋਂ ਵੀ ਉਹਨਾਂ ਨੂੰ ਕਾਲ ਕੀਤੀ ਮੁੱਖ ਮੰਤਰੀ ਜੀ ਨੇ ਆਪ ਇੰਟਰਵੀਨ ਕੀਤਾ, ਗੱਲਬਾਤ ਕੀਤੀ। ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੀ ਇਕਨੋਮਿਕ ਜਿਹੜੀ ਕੰਡੀਸ਼ਨ ਹੈ ਉਹਨੂੰ ਤੁਸੀਂ ਬਹੁਤ ਬਿਹਤਰ ਹਾਲਾਤਾਂ 'ਚ ਨਹੀਂ ਮਤਲਬ ਸਮਝ ਸਕਦੇ, ਕਿਉਂਕਿ ਲੰਮੇ ਸਮੇਂ ਤੱਕ ਪੰਜਾਬ ਦੀ ਜਿਹੜੀ ਰਿਸੋਰਸ ਸੀ, ਚਾਹੇ ਉਹ ਐਕਸਾਈਜ਼ ਸੀ, ਚਾਹੇ ਮਾਈਨਿੰਗ ਸੀ, ਚਾਹੇ ਟਰਾਂਸਪੋਰਟ ਸੀ, ਇਹਦੇ ਤੇ ਪਾਰਟਿਕੂਲਰ ਕੁਝ ਪਰਿਵਾਰਾਂ ਦਾ ਕਬਜ਼ਾ ਰਿਹਾ, ਮਾਫੀਆ ਦਾ ਕਬਜ਼ਾ ਰਿਹਾ, ਜਿਹਦੇ ਕਰਕੇ ਸਟੇਟ ਦੀ ਇਨਕਮ 'ਚ ਬਹੁਤ ਵੱਡਾ ਘਾਟਾ ਪਿਆ। ਅੱਜ ਅਸੀਂ ਇੱਕ ਪਾਸੇ ਨੌਕਰੀਆਂ ਨੂੰ ਰੋਜ਼ ਦੇ ਰਹੇ, ਇੱਕ ਪਾਸੇ 올ਡ ਪੈਨਸ਼ਨ ਸਕੀਮ ਅਸੀਂ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰਤਾ, ਇੱਕ ਪਾਸੇ ਅਸੀਂ ਲਗਾਤਾਰ ਜਿਹੜੇ ਸਾਡੇ ਇੰਸਟੀਚਿਊਟ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ, ਈਵਨ ਪੰਜਾਬ ਯੂਨੀਵਰਸਿਟੀ ਆ, ਜਿਨ੍ਹਾਂ ਨੂੰ ਫਾਈਨੈਂਸ਼ੀਅਲੀ ਜਿਹੜੀ ਏਡ ਹੈ ਲੰਮੇ ਸਮੇਂ ਤੋਂ ਘਟਾਈ ਜਾ ਰਹੀ ਸੀ, ਦਿੱਤੀ ਨਹੀਂ ਜਾ ਰਹੀ ਸੀ, ਫਾਈਨੈਂਸ਼ੀਅਲੀ ਜਿਹੜੀਆਂ ਦਿੱਕਤਾਂ ਆ ਰਹੀਆਂ ਸੀ ਉਹਨਾਂ ਨੂੰ, ਉਹ ਮਾਨ ਸਾਹਿਬ ਉਧਰ ਵੀ ਫੋਕਸ ਕਰ ਰਹੇ ਆ। ਨਾਲ ਜਿੱਥੇ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ, ਖੇਡਾਂ ਨੂੰ ਲੈ ਕੇ, ਹਸਪੀਟਲਸ ਨੂੰ ਲੈ ਕੇ, ਹੈਲਥ ਡਿਪਾਰਟਮੈਂਟ ਬਹੁਤ ਵੱਡੇ ਸਤਰ ਤੇ ਕੰਮ ਹੋਇਆ, ਸਕੂਲਾਂ ਦਾ ਬੜੇ ਵੱਡੇ ਸਤਰ ਤੇ ਨਵੇਂ ਸਿਰੇ ਤੋਂ ਇਨਫਰਾਸਟ੍ਰਕਚਰ ਨੂੰ ਲੈ ਕੇ ਕੰਮ ਚੱਲ ਰਿਹਾ। ਸੁਭਾਵਿਕ ਤੌਰ ਤੇ ਕਿਸਾਨ ਲੀਡਰਾਂ ਨੂੰ ਸਾਡੀ ਬੇਨਤੀ ਆ, ਥੋੜਾ ਉਹਨਾਂ ਨੂੰ ਸਬਰ ਰੱਖਣਾ ਚਾਹੀਦਾ ਹੈ। ਪਹਿਲੀ ਸ਼ੁਰੂਆਤ ਇਹਨਾਂ ਤੋਂ ਹੀ MSP ਦੇ ਕੇ, ਸਿੱਧੀ ਬਿਜਾਈ ਤੇ ਇਨਸੈਂਟਿਵ ਦੇ ਕੇ, ਔਰ ਘਰ ਘਰ ਪੈਸਾ ਵੀ ਪਹੁੰਚਾਇਆ। ਔਰ ਇਸ ਟਾਈਮ ਝੋਨਾ ਦੀ ਫਸਲ ਔਰ ਕਣਕ ਦੀ ਫਸਲ ਜਿਸ ਟਰਾਂਸਪੇਰੈਂਸੀ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਚੱਕੀ ਆ, ਜੇ 12 ਵਜੇ ਟਰਾਲੀ ਲੈ ਕੇ ਗਿਆ ਝੋਨੇ ਦੀ, 4 ਵਜੇ ਦੇ ਅਕਾਊਂਟ 'ਚ ਪੈਸੇ ਆ ਗਏ, ਕਿਸੇ ਨੂੰ ਦਿੱਕਤ ਨਹੀਂ ਆਈ। ਸੁਭਾਵਿਕ ਤੌਰ ਤੇ ਆ, ਮੈਨੂੰ ਲੱਗਦਾ ਕਿਸਾਨਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕਿਸਾਨ ਦਾ ਪੁੱਤ ਹੈ, ਕਿਸਾਨਾਂ ਦਾ ਦਰਦ ਸਮਝਦਾ ਆ। ਜਿਉਂ-ਜਿਉਂ ਪੰਜਾਬ ਦੇ ਖਜ਼ਾਨੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਊਗੀ, ਇਹ ਮਸਲੇ ਵੀ ਸਾਰੇ ਹੱਲ ਹੋਣਗੇ। ਲੇਕਿਨ ਇਹ ਗੱਲ ਬੜੀ ਸਪਸ਼ਟ ਹੈ, ਕਿਸਾਨੀ ਦੇ ਨਾਲ ਜਵਾਨੀ ਔਰ ਰੋਜ਼ਗਾਰ ਤੇ ਜਿਹੜੀ ਇੰਡਸਟਰੀ, ਇਹਨੂੰ ਵੀ ਬਚਾਉਣਾ ਪੰਜਾਬ ਸਰਕਾਰ ਦੀ ਅਹਿਮ ਜ਼ਿੰਮੇਵਾਰੀ। ਕੰਗ ਸਾਹਿਬ, ਮਾਨ ਸਾਹਿਬ ਨੇ ਆਖਿਆ ਸੀ ਕਿ ਸਰਕਾਰ ਪਿੰਡਾਂ 'ਚੋਂ ਚੱਲੂ, ਜੇਕਰ ਅਸੀਂ ਵੋਟ ਮੰਗਣ ਵਾਸਤੇ ਪਿੰਡ 'ਚ ਜਾ ਸਕਦੇ ਹਾਂ, ਕਿਸ ਦਾ ਦਰਵਾਜ਼ਾ ਖੜਕਾ ਸਕਦੇ ਹਾਂ, ਤਾਂ ਲੋਕ ਕੰਮਾਂ ਵਾਸਤੇ ਚੰਡੀਗੜ੍ਹ ਕਿਉਂ ਆਉਣ। ਉਹਦੇ ਤੋਂ ਬਾਅਦ ਮੈਂ ਕਈ ਵਾਰੀ ਵੇਖਿਆ ਵੀ ਉਹਨਾਂ ਨੇ ਆਖਿਆ ਕਿ DC ਸਾਹਿਬ ਦੱਸਣ, SSP ਦੱਸਣ, ਸੰਬੰਧਿਤ ਅਧਿਕਾਰੀ ਦੱਸਣ ਕਿ ਕਿੰਨੀ ਕੁ ਵਾਰੀ ਉਹ ਪਿੰਡਾਂ 'ਚ ਗਏ ਹੈ। ਉਹਦੇ ਤੋਂ ਬਾਅਦ ਕੋਈ ਉੱਗ ਸੁੱਗ ਮਿਲੀ ਨਹੀਂ ਕਿ ਕੋਈ ਰਿਪੋਰਟ ਆਈ, ਕਿੰਨੇ ਕੁ ਦੌਰੇ ਕੀਤੇ ਜਾਂਦੇ ਨੇ, ਕਿੰਨੀ ਕੁ ਸਰਕਾਰ ਪਿੰਡਾਂ 'ਚੋਂ ਚੱਲਣ ਲੱਗੀ ਹੈ, ਇਹਦੀ ਮੌਜੂਦਾ ਸਥਿਤੀ ਕੀ ਹੈ ਜੀ? ਦੇਖੋ, ਪਿੰਡਾਂ 'ਚੋਂ ਸਰਕਾਰ ਚੱਲਣ ਦੇ ਪਿੱਛੇ ਮਕਸਦ ਇਹ ਸੀ ਜੀ ਕਿ ਜਿਹੜਾ ਇੱਕ ਪ੍ਰਿਵਿਲੇਜ ਮਿਲਦਾ ਹੈ ਨਾ ਕੁਝ ਲੋਕਾਂ ਨੂੰ ਪਿੰਡ 'ਚੋਂ, ਕਿ 2-4 ਬੰਦੇ ਲੀਡਰ ਦੇ ਮੂੰਹ ਲੱਗ ਜਾਂਦੇ ਆ ਤੇ ਚੱਕ ਕੇ ਗੱਡੀ ਭਰ ਕੇ ਤੇ ਚੰਡੀਗੜ੍ਹ ਆ ਜਾਂਦੇ ਤੇ ਆਪਣਾ ਕੰਮ ਕਰਾ ਜਾਂਦੇ ਆ ਜੀ। ਸੋ ਮਾਨ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਸੀ ਕੰਸਰਨ ਆਫੀਸ਼ੀਅਲਸ ਨੂੰ ਕਿ ਤੁਸੀਂ ਪਿੰਡਾਂ ਜਾ ਕੇ ਲੋਕਾਂ ਨਾਲ ਸਿੱਧਾ ਸੰਵਾਦ ਕਰੋ, ਸੰਪਰਕ ਕਰੋ, ਔਰ ਕੀਤਾ ਵੀ ਆ। ਮੈਂ ਨਹੀਂ ਕਹਿੰਦਾ ਵੀ ਨਹੀਂ ਕੀਤਾ ਆ, ਲੇਕਿਨ ਇਹ 'ਚ ਤੇਜ਼ੀ ਲਿਆਉਣ ਦੀ ਲੋੜ ਹੈ ਹਜੇ। ਲੇਕਿਨ ਪਿਛਲੇ ਦਿਨਾਂ 'ਚ ਇਹਦੀ ਪੂਰੀ ਇੱਕ ਸਮੀਖਿਆ ਮਾਨ ਸਾਹਿਬ ਨੇ ਸਾਰੇ ਆਫੀਸ਼ੀਅਲਸ ਨੂੰ ਬੁਲਾ ਕੇ ਕੀਤੀ ਸੀ ਜੀ। ਲੇਕਿਨ ਹਜੇ ਵੀ ਉਹਦੇ ਤੇ ਕਾਫੀ, ਕਿਉਂਕਿ ਹੁਣ ਆਦਤਾਂ ਬੜੀਆਂ ਉਹੋ ਜਿਹੀਆਂ ਪਈਆਂ ਹੋਈਆਂ, ਕੁਝ ਕਿਤੇ ਨਾ ਕਿਤੇ ਜਿਹੜੇ ਗਵਰਨੈਂਸ ਨਾਲ ਰਿਲੇਟਡ ਰਿਫਾਰਮਸ ਹੈ, ਉਹਦੀ ਸਰਕਾਰ ਨੂੰ ਜ਼ਰੂਰਤ ਹੈ। ਡਿਜੀਟਲਾਈਜੇਸ਼ਨ ਕਰਨ ਦੀ ਲੋੜ ਹੈ, ਉਹਦੇ ਪਾਸੇ ਮੀਤ ਹੇਅਰ ਜੀ ਦੀ ਅਗਵਾਈ ਸਰਕਾਰ ਕੰਮ ਕਰ ਰਹੀ ਹੈ। ਸੋ ਸੁਭਾਵਿਕ ਤੌਰ ਤੇ ਆ, ਸਾਡਾ ਮਕਸਦ ਉਹਦੇ ਪਿੱਛੇ ਇਹੀ ਆ ਕਿ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ, ਟਰਾਂਸਪੇਰੈਂਸੀ ਨਾਲ ਅਦਾਲਤਾਂ 'ਚ ਜਿਹੜੀਆਂ ਸਾਡੀਆਂ ਡਿਸਟ੍ਰਿਕਟ ਜਾਂ ਤਹਿਸੀਲ ਲੈਵਲ ਦੀਆਂ ਕਚਹਿਰੀਆਂ 'ਚ ਕਰਪਸ਼ਨ ਤੇ ਠੱਲ ਪਈ ਹੈ, ਥਾਣੇ ਸਰਕਾਰੀ ਅਫਸਰਾਂ 'ਚ ਕਰਪਸ਼ਨ ਨਹੀਂ ਹੈ, ਪ੍ਰੋਪਰ ਚੈੱਕ ਹੈ, ਫੀਡਬੈਕ ਲਿਆ ਜਾ ਰਿਹਾ। ਲੇਕਿਨ ਹਾਂ, ਹਜੇ ਇਹਦੇ ਤੇ ਹੋਰ ਵੀ ਕਾਫੀ ਕੰਮ ਕਰਨਾ ਪਊਗਾ। ਲੇਕਿਨ ਮੈਂ ਇੰਨਾ ਗੱਲ ਜ਼ਿੰਮੇਵਾਰੀ ਨਾਲ ਕਹਿਣਾ, ਜਿਹੜੀ ਹੁਣ ਸਰਕਾਰ ਹੈ, ਉਹ ਸਰਕਾਰ ਨਾ ਤੇ ਹਿੱਸਾਪੱਤੀ ਕਿਤੇ ਰੱਖੂਗੀ, ਨਾ ਉਹਦਾ ਮਕਸਦ ਆਪਣੀਆਂ ਬੱਸਾਂ ਦੇ ਵੱਡੇ ਵੱਡੇ ਕਾਫਲੇ ਬਣਾਉਣੇ, ਨਾ 5 ਸਟਾਰ ਹੋਟਲ ਬਣਾਉਣੇ, ਨਾ ਅਸੀਂ ਠੇਕੇ ਸ਼ਰਾਬ ਦੇ। ਕੰਗ ਸਾਹਿਬ, ਸਿੱਧਾ ਦੱਸਿਓ ਵੀ ਇਹ ਹਿੱਸਾਪੱਤੀ ਵਾਲੇ ਕਿਹੜੇ ਆ ਜੀ? ਵਾਰ-ਵਾਰ ਜ਼ਿਕਰ ਹੋ ਰਿਹਾ, ਮੈਨੂੰ ਇਹ ਦੱਸੋ। ਜੀ। ਮਾਨ ਸਾਹਿਬ 2014 ਚ ਮੈਂਬਰ ਪਾਰਲੀਮੈਂਟ ਬਣੇ, ਜੀ 19 ਚ ਦੁਬਾਰਾ ਬਣੇ। ਉਹਨਾਂ ਦੀ ਤੇ ਰਾਜਨੀਤੀ ਚ ਆ ਕੇ ਆਮਦਨ ਘਟ ਗਈ, ਉਹਨਾਂ ਨੇ ਤੇ ਵੇਰਵਾ ਰੱਖਿਆ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਪਿਆ। ਦੂਜੇ ਪਾਸੇ ਬਾਦਲ ਸਾਹਿਬ 97 ਤੋਂ ਬਾਅਦ 5 ਸਟਾਰ ਹੋਟਲ ਬਣਾ ਗਏ। ਪੰਜਾਬ ਰੋਡਵੇਜ ਦੀ ਵੋਲਵੋ ਤੇ PRTC ਘਾਟੇ 'ਚ, ਤੇ ਉਹੀ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਫਾਇਦੇ 'ਚ, ਉਹਨਾਂ ਦੇ ਫਲੀਟ। ਇਹਦਾ ਮਤਲਬ ਇਹ ਆ ਵੀ ਜਿਹੜੀ ਤੁਸੀਂ ਪਾਲਿਸੀ ਬਣਾ ਰਹੇ ਹੋ, ਉਹਦੇ 'ਚ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਫੇਵਰ ਕਰ ਰਹੇ ਹੋ, ਉਹਨਾਂ ਨੂੰ ਪਰਮਿਟ ਦੇਣ 'ਚ, ਉਹਨਾਂ ਨੂੰ ਰੂਟ ਦੇਣ 'ਚ, ਉਹਨਾਂ ਨੂੰ ਟਾਈਮਿੰਗ ਦੇਣ 'ਚ। ਗੱਲ ਤੇ ਪੰਜਾਬ ਵੀ ਉਹੀ ਆ, ਸੜਕਾਂ ਵੀ ਉਹੀ, ਲੋਕ ਵੀ ਉਹੀ ਆ। PRTC ਘਾਟੇ 'ਚ, ਆਪਣੀਆਂ ਮੁਨਾਫੇ 'ਚ, ਪ੍ਰਾਈਵੇਟ। ਇਹਦਾ ਮਤਲਬ ਪਾਲਿਸੀ 'ਚ ਦਿੱਕਤ ਹੈ ਨਾ, ਇਹਦਾ ਮਤਲਬ ਫੇਵਰਿਜ਼ਮ ਹੋਇਆ ਨਾ। ਔਰ ਉਹੀ ਹੁਣ ਵੋਲਵੋ ਜਿਹੜੀ ਜਲੰਧਰ ਅੰਮ੍ਰਿਤਸਰ ਤੋਂ ਚੱਲਦੀ ਅੱਧੇ ਕਿਰਾਏ 'ਚ,
ਚੰਡੀਗੜ੍ਹ ਦਿੱਲੀ 에ਅਰਪੋਰਟ ਤੇ ਜਾ ਰਹੇ ਆ, ਲੋਕ ਆ ਰਹੇ ਆ, ਜੀ ਜੀ ਉਹੀ ਜਿਹੜੇ 5-5000 ਰੁਪਇਆ ਖਰਚ ਕਰਦੇ ਸੀ ਤੇ ਦੁਨੀਆ ਭਰ ਦਾ ਰੋਬ ਉਹਨਾਂ ਤੇ ਮਾਰਿਆ ਜਾਂਦਾ ਸੀ। ਕੰਗ ਸਾਹਿਬ, ਇਹ ਇੱਕ ਇਮਾਨਦਾਰ ਸਰਕਾਰ ਦਾ ਹੀ ਇਹ ਕਾਰਨ ਬਣਿਆ ਨਾ। ਕੰਗ ਸਾਹਿਬ, ਫਿਰ ਇਹ ਵੱਡੇ ਨੇ ਜਿਹੜੇ ਜਿਹਨੂੰ ਮਗਰਮੱਛ ਆਖ ਸਕੀਏ, ਭਾਵੇਂ ਜ਼ਮੀਨਾਂ ਨੱਪੀਆਂ ਜਿਸ ਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ, ਭਾਵੇਂ 5 ਸਟਾਰ ਬਣਾ ਲਏ, ਭਾਵੇਂ ਵੱਡੀਆਂ ਟਰਾਂਸਪੋਰਟਾਂ ਖੜੀਆਂ ਕਰ ਲਈਆਂ, ਕਿ ਕਦੇ ਉਹਨਾਂ ਨੂੰ ਹੱਥ ਪਊਗਾ ਜੀ? ਦੇਖੋ, ਜ਼ਮੀਨਾਂ 'ਚ ਤੇ ਕਈ ਨਾਮ ਵੀ ਬਾਹਰ ਆ ਗਏ, ਪਿਆ ਵੀ ਹੱਥ, ਲੇਕਿਨ ਇਹ ਲੋਕ ਬੜੇ ਸਿਆਣੇ ਆ। ਇਹਨਾਂ ਨੂੰ ਤੁਸੀਂ ਇਹ ਨਹੀਂ ਸੋਚ ਸਕਦੇ ਵੀ ਸਿਆਣੇ ਜਾਂ ਛਾਤਰ ਹੈ ਜੀ? ਛਾਤਰ ਦੇ ਨਾਲ ਮਤਲਬ ਸਿਆਣੇ ਕਹਿ ਲਓ, ਹਾਂ ਸਿਆਣਾ ਪੋਜ਼ਿਟਿਵ ਵਰਡ ਹੈ, ਛਾਤਰ ਕਹਿ ਸਕਦੇ ਜੀ ਜੀ। ਇਹਨਾਂ ਨੇ ਹਜ਼ਾਰਾਂ ਲੱਖਾਂ ਰੁਪਇਆ ਦੇ ਕੇ ਐਕਸਪਰਟ ਆਪਣੇ ਨਾਲ ਲਾਏ ਹੋਏ ਆ, ਜਿਹੜੇ ਇਹਨਾਂ ਨੂੰ ਜਿਹੜੀਆਂ ਚੋਰ ਮੋਰੀਆਂ ਦੱਸਦੇ ਰਹਿੰਦੇ, ਕਿਹੜਾ ਡਾਕੂਮੈਂਟ ਕਿਤਨਾ ਤਿਆਰ ਕਰਨਾ ਹੈ, ਕਿਹੜਾ ਜ਼ਮੀਨ। ਮੰਨ ਲਓ ਬਾਦਲ ਸਾਹਿਬ ਦਾ ਜਿਹੜਾ ਸਿਸਵਾ ਫਾਰਮ ਹੈ, ਉਹਦੇ ਤੇ ਕੁਛ ਜ਼ਮੀਨ ਕਹਿੰਦੇ ਉਹਨਾਂ ਦੀ ਆਪਣੀ ਹੈ, ਕੁਛ ਤੇ ਉਹ ਪੰਚਾਇਤਾਂ ਵਾਲੇ ਵੀ ਇਤਰਾਜ਼ ਕਰਦੇ ਆ। ਸੋ ਸਰਕਾਰ ਇਨਵੈਸਟੀਗੇਟ ਕਰ ਰਹੀ ਹੈ, ਵੱਡਾ ਮਗਰਮੱਛ ਹੋਵੇ ਚਾਹੇ ਛੋਟਾ ਹੋਵੇ। ਔਰ ਤੁਸੀਂ ਦੇਖਿਆ ਕਈ ਮੰਤਰੀ ਅੰਦਰ ਆ ਇਸ ਟਾਈਮ, ਕਈਆਂ ਤੇ ਰਡਾਰ ਹੈ, ਕਈ ਅਫਸਰ ਵੀ ਅੰਦਰ ਹੈ, ਕਈ ਆਈਐਸ ਅਫਸਰ, ਔਰ ਕੱਲ ਵੀ ਇੱਕ ਆਈਐਸ ਅਫਸਰ ਤੇ ਪਰਚਾ ਦਰਜ ਹੋਇਆ ਤੇ ਮੰਤਰੀਆਂ ਤੇ ਵੀ ਲਗਾਤਾਰ ਹੋ ਰਿਹਾ। ਔਰ ਕਈ ਡਰਦੇ ਮਾਰੇ ਮੋਦੀ ਸਾਹਿਬ ਦੀ ਪਾਰਟੀ 'ਚ ਭੱਜ ਰਹੇ ਆ ਵੀ ਅਸੀਂ ਸ਼ਾਇਦ ਬਚ ਜਾਾਂਗੇ। ਛੱਡੇ ਤੁਸੀਂ ਉਹ ਵੀ ਨਹੀਂ ਬਚਣੇ, ਉਹ ਵੀ ਨਹੀਂ ਜੀ। ਫਿਲਿਪਸ ਵਾਲੇ ਆ ਗਏ ਬਾਹਰ, ਸੁੰਦਰ ਸ਼ਾਮ ਅਰੋੜਾ ਜੀ ਦੇ ਕੱਲ ਹੋ ਗਿਆ। ਬਿਲਕੁਲ। ਫਿਲਿਪਸ ਦੀ ਉਹ 250 ਕਰੋੜ ਦੀ ਜ਼ਮੀਨ ਆਪਣੇ ਜਵਾਈ ਨੂੰ ਤੁਸੀਂ 60-70 ਕਰੋੜ 'ਚ ਅਲਾਟ ਕਰਤੀ ਐਜ ਏ ਮਿਨਿਸਟਰ। ਸੋ ਐਵੇਂ ਦੇ, ਲੇਕਿਨ ਇਹ ਆ ਵੀ ਇਹਨਾਂ ਨੇ ਡਾਕੂਮੈਂਟ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲਾਏ ਹੋਏ ਆ, ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸੁਭਾਵਿਕ ਤੌਰ ਤੇ ਇਹ ਬਚਣਾ ਕੋਈ ਨਹੀਂਗਾ। ਵਾਰੀ ਆਊਗੀ, ਲੇਕਿਨ ਵਾਰੀ ਆਊਗੀ, ਵਾਰੀ ਆਪੋ ਆਪਣੀ। ਹਾਂ, ਵਾਰੀ ਆਊਗੀ। ਅੱਛਾ, ਆਖਰੀ ਸਵਾਲ ਹੈ ਜੀ। ਬਹੁਤ ਸਾਰੀਆਂ ਚੀਜ਼ਾਂ ਨੇ, ਆਪਾਂ ਨਸ਼ਿਆਂ ਦਾ ਅੱਤਵਾਦ ਕਹਿ ਸਕਦੇ ਹਾਂ, ਬਹੁਤ ਸਾਰੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰ ਦਿੱਤਾ। ਖਾਸ ਕਰਕੇ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੋਂ ਆਉਂਦੇ ਹਾਂ, ਸਾਨੂੰ ਸੜਕਾਂ ਦੇ ਉੱਤੇ ਇੱਕ ਟ੍ਰੈਫਿਕ ਦਾ ਵੀ ਅੱਤਵਾਦ ਲੱਗਦਾ ਜੀ ਜੀ। ਕੋਈ ਅਸੂਲ ਨਹੀਂ, ਕੋਈ ਰੂਲ ਨਹੀਂ। ਉੱਥੇ ਪੁਲਿਸ ਇੰਸਪੈਕਟਰ ਜਾਂ ਅਸਿਸਟੈਂਟ ਸਬ ਇੰਸਪੈਕਟਰ ਵੀ ਖੜੇ ਹੁੰਦੇ ਆ, ਲੋਕ ਲਾਲ ਬੱਤੀ ਚੋਂ ਵੀ ਲੰਘ ਰਹੇ ਆ, ਲੋਕ ਇੰਡੀਕੇਟਰ ਕਿਸੇ ਪਾਸੇ ਨੂੰ ਲਾਇਆ, ਮੁੜ ਕਿਸੇ ਪਾਸੇ ਨੂੰ ਰਹੇ ਆ। ਲਾਇਸੈਂਸਿੰਗ ਲੈਣ ਦੀ ਕੋਈ ਪ੍ਰਕਿਰਿਆ ਸਖਤ ਕੀਤੀ ਜਾਏਗੀ, ਬਹੁਤ ਜ਼ਰੂਰੀ ਹੈ। ਜੇਕਰ ਸਾਨੂੰ ਆਉਂਦੀ ਨਹੀਂ ਜਿਹੜੀ ਚੀਜ਼, ਮੰਨ ਲਓ ਮੈਨੂੰ ਕੈਮਰਾ ਨਾ ਚਲਾਉਣਾ ਆਉਂਦਾ ਹੋਵੇ, ਮੈਂ ਰਿਕਾਰਡਿੰਗ ਕਿਵੇਂ ਕਰਾਂਗਾ? ਨਹੀਂ ਦੇਖੋ, ਜਿਹੜਾ ਤੇ ਉਹਦਾ ਪ੍ਰੋਸੀਜਰ ਹੈ ਉਹ ਆਲਰੇਡੀ ਵੀ ਸਖਤ ਹੈ। ਹੁੰਦਾ ਕੀ ਹੈ, ਪਰ ਇੰਪਲੀਮੈਂਟ ਨਹੀਂ ਨਾ ਜੀ ਹੈ, ਮਤਲਬ ਜਗਾੜ ਲੱਗ ਜਾਂਦਾ। ਹਾਂ, ਇਹ ਜਗਾੜ ਕਦੋਂ ਬੰਦ ਹੋਣਗੇ ਜੀ? ਜਗਾੜ ਬੰਦ ਹੋਣ 'ਚ ਦੇਖੋ ਇਹ ਹੁੰਦਾ ਹੈ ਵੀ ਆਪਾਂ ਸਾਰੇ ਦੁੱਧ ਦੇ ਧੁੱਪੇ ਨਹੀਂ ਤੇ ਸਾਰੇ ਕਰਪਟ ਵੀ ਨਹੀਂ ਗਏ। ਦਰੁਸਤ। ਜਿਉਂ ਜਿਹੜੇ ਬੰਦੇ ਮਾਨ ਸਾਹਿਬ ਦੀ ਨਿਗਾਹ 'ਚ ਆਉਂਦੇ ਜਾ ਰਹੇ, ਇਮਾਨਦਾਰੀ ਨਾਲ ਕੰਮ, ਅਸੀਂ ਉਹਨਾਂ ਨੂੰ ਫਿੱਟ ਵੀ ਕਰ ਰਹੇ ਹਾਂ, ਤਾਂ ਹੀ ਇਹ ਡਿਜੀਟਲਾਈਜੇਸ਼ਨ ਨਾਲ ਕਾਫੀ ਟਰਾਂਸਪੇਰੈਂਸੀ ਆ ਰਹੀ ਹੈ। ਤਾਂ ਸੁਭਾਵਿਕ ਤੌਰ ਤੇ ਇਹ ਤੇ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਵੀ ਲੋੜ ਹੈ, ਲੋਕਾਂ ਨੂੰ ਜਾਗਰੂਕ ਹੋਣ ਦੀ ਵੀ ਲੋੜ ਹੈ। NRI ਭਾਈਚਾਰੇ ਦਾ ਬੜਾ ਵੱਡਾ ਪ੍ਰਭਾਵ ਹੈ ਪੰਜਾਬ ਤੇ, ਔਰ ਉਹਨਾਂ ਦੇ ਆਉਣ ਨਾਲ ਕਾਫੀ ਫਰਕ ਵੀ ਪੈਂਦਾ, ਕਿਉਂਕਿ ਉਹ ਬਾਹਰਲੇ ਮੁਲਕਾਂ ਦਾ ਸਿਸਟਮ ਦੇਖਦੇ ਆ। ਲੇਕਿਨ ਇਹਦੇ ਤੇ ਹਜੇ ਮੈਨੂੰ ਲੱਗਦਾ ਸਰਕਾਰ ਨੂੰ ਇੱਕ ਅਵੇਅਰ ਕੰਪੇਨ ਚਲਾਉਣੀ ਪੈਣੀ ਹੈ, ਉਹ ਚਲਾਊਗੀ ਵੀ ਸਰਕਾਰ। ਔਰ ਇਹ ਤੇ ਜਿਹੜੇ ਲੋਕ ਕੰਪਰੋਮਾਈਜ਼ ਕਰ ਜਾਂਦੇ ਆ, ਡੈਫੀਨੇਟਲੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ। ਲੇਕਿਨ ਇਹ ਮੈਂ ਜ਼ਰੂਰ ਕਹੂੰਗਾ, ਇਹ ਤੁਹਾਡਾ ਇਸ਼ੂ ਬੜਾ ਵਾਜਬ ਹੈ, ਇਹਦੇ ਤੇ ਹਜੇ ਸਰਕਾਰ ਹੋਰ ਆਉਣ ਵਾਲੇ ਟਾਈਮ 'ਚ ਕਰੂਗੀ ਸਖਤੀ। ਸੋ ਕੰਗ ਸਾਹਿਬ, ਤੁਸੀਂ ਸਾਨੂੰ ਤੇ ਸਾਡੇ ਚੈਨਲ ਨੂੰ ਕੀਮਤੀ ਸਮਾਂ ਦਿੱਤਾ ਹੈ। ਭਵਿੱਖ ਵਿੱਚ ਵੀ ਉਮੀਦ ਕਰਾਂਗੇ ਤੁਹਾਡੇ ਨਾਲ ਤੇ ਸਰਕਾਰ ਦੇ ਹੋਰ ਮੰਤਰੀਆਂ ਨਾਲ ਜਾਂ ਵਿਧਾਇਕਾਂ ਨਾਲ ਗੱਲਬਾਤ ਹੁੰਦੀ ਰਹੇਗੀ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਲਾਸਟ 'ਚ, NRI ਭਾਈਚਾਰੇ ਦਾ ਪੰਜਾਬ ਲਈ ਬਹੁਤ ਵੱਡਾ ਯੋਗਦਾਨ ਹੈ, ਔਰ NRIਆਂ ਨਾਲ ਵੀ ਬਹੁਤ ਪਿਛਲੇ ਲੰਮੇ ਸਮੇਂ ਤੱਕ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਲੈ ਕੇ ਬੜੀਆਂ ਜ਼ਿਆਦਤੀਆਂ ਹੋਈਆਂ। ਮਾਨ ਸਾਹਿਬ ਦੀ ਸਰਕਾਰ ਹਰ ਤਰੀਕੇ ਨਾਲ ਉਹਨਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ। NRI ਮਿਨਿਸਟਰ ਆਪ ਜ਼ਿਲ੍ਹੇ ਵਾਈਜ਼ NRIਆਂ ਨਾਲ ਮੀਟਿੰਗ ਕਰ ਰਿਹਾ। ਸੋ NRI ਭਾਈਚਾਰੇ ਨੂੰ ਹੱਥ ਜੋੜ ਕੇ ਮੇਰੀ ਬੇਨਤੀ, ਤੁਹਾਡਾ ਸਹਿਯੋਗ ਇਸ ਤਰ੍ਹਾਂ ਹੀ ਬਣਾ ਰਹੇ। ਆਪਾਂ ਪੰਜਾਬ ਸਾਰਿਆਂ ਦਾ ਸਾਂਝਾ ਹੈ, ਤੁਹਾਡੇ ਦਿਲ 'ਚ ਵੀ ਪੰਜਾਬ ਵਸਦਾ, ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹੋ। ਔਰ ਤੁਹਾਨੂੰ ਮਾਨ ਸਾਹਿਬ ਦੀ ਸਰਕਾਰ ਤੇ ਬਿਲਕੁਲ ਅੱਖਾਂ ਮੀਚ ਕੇ ਤੁਸੀਂ ਭਰੋਸਾ ਕਰ ਸਕਦੇ ਹੋ। ਆਉਣ ਵਾਲੇ ਟਾਈਮ 'ਚ ਆਪਾਂ ਇਸੇ ਤਰੀਕੇ ਨਾਲ ਮਿਲ ਕੇ ਪੰਜਾਬ ਨੂੰ ਅੱਗੇ ਵਧਾਈਏ। ਸੋ ਤੁਹਾਡਾ ਵੀ ਬੈਨੀਪਾਲ ਸਾਹਿਬ ਔਰ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡੀ ਇਹ ਮੁਲਾਕਾਤ ਤੁਹਾਨੂੰ ਕਿਵੇਂ ਲੱਗੀ। ਜਾਣ ਤੋਂ ਪਹਿਲਾਂ ਆਖਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।